ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸੁਰਮੁਖ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਕਮਾਲਪੁਰ ਰੂਪਨਗਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਰਦਾਰ ਸੁਰਮੁਖ ਸਿੰਘ ਜੀ ਦਾ ਜਨਮ 8 ਦਸੰਬਰ 1958 ਨੂੰ ਪਿੰਡ ਕਮਾਲਪੁਰ ਜ਼ਿਲ੍ਹਾ ਰੂਪਨਗਰ ਵਿਖੇ ਸਰਦਾਰ ਹਿੰਮਤ ਸਿੰਘ ਜੀ ਦੇ ਘਰ ਮਾਤਾ ਨਸੀਬ ਕੌਰ ਹੋਣਾ ਦੀ ਕੁੱਖੋਂ ਹੋਇਆ। ਖੇਤਾਂ ਵਿੱਚ ਲੰਘੇ ਬਚਪਨ ਕਾਰਨ ਖੇਤੀ ਦੇ ਸ਼ੌਂਕ ਨੇ ਨਿੱਕੀ ਉਮਰ ਤੋਂ ਕਿਸਾਨੀ ਕਰਨ ਲਈ ਆਪ ਜੀ ਨੂੰ ਪ੍ਰੇਰਿਆ। ਆਪ ਜੀ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਤੀ ਦਾ ਕੰਮ ਧੰਦਾ ਵੀ ਸੰਭਿਆ। ਮੁੱਢਲੀ ਸਿੱਖਿਆ ਆਪ ਜੀ ਨੇ ਪਿੰਡ ਖੇੜੀ ਤੋਂ ਪ੍ਰਾਪਤ ਕੀਤੀ। ਉਪਰੰਤ ਰੂਪਨਗਰ ਦੇ ਸਰਕਾਰੀ ਕਾਲਜ ਤੋਂ ਪ੍ਰੈਪ ਅਤੇ ITI ਦਾ ਡਿਪਲੋਮਾ ਰੂਪਨਗਰ ਤੋਂ ਹਾਸਿਲ ਕੀਤਾ ਅਤੇ ਆਪ ਜੀ ਮਾਰਕੀਟ ਕਮੇਟੀ ਵਿੱਚ ਨੌਕਰੀ ਕਰਨ ਲੱਗੇ। ਆਪ ਜੀ ਨੇ ਆਪਣੀ ਨੌਕਰੀ ਨੂੰ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਅਤੇ ਆਪ ਜੀ ਨੇ ਆਪਣੇ ਸੇਵਾ ਕਾਲ ਦੇ ਦੌਰਾਨ ਬੰਦ ਹੋਏ 3 ਫੋਕਲ ਪੁਆਇੰਟਾਂ ਪੁਰਖਾਲੀ, ਪਰਤਗੜ ਅਤੇ ਭਾਗੋ ਮਾਜਰਾ ਨੂੰ ਦੁਬਾਰਾ ਚਾਲੂ ਕਰਵਾਇਆ। ਅਪ੍ਰੈਲ 1987 ਵਿੱਚ ਆਪ ਜੀ ਦਾ ਵਿਆਹ ਸਰਦਾਰਨੀ ਕੁਲਵੰਤ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰਾਂ ਪ੍ਰਗਟ ਸਿੰਘ ਅਤੇ ਹਰਵਿੰਦਰ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਾਇਆ। ਆਪ ਜੀ ਦੇ ਬੇਟੇ ਪ੍ਰਗਟ ਸਿੰਘ ਜੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ, ਜਦੋਂ ਕਿ ਆਪ ਜੀ ਦੇ ਦੂਸਰੇ ਬੇਟੇ ਹਰਵਿੰਦਰ ਸਿੰਘ ਜੀ ਕਮਾਲਪੁਰ ਕਨੌਲੀ ਮੰਡੀ ਅਤੇ ਰੋਪੜ ਸਬਜ਼ੀ ਮੰਡੀ ਵਿਖੇ ਆੜਤ ਦਾ ਕਾਰੋਬਾਰ ਕਰਦੇ ਹਨ ਅਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਆਪ ਜੀ ਦੇ ਬੱਚੇ ਬਹੁਤ ਹੀ ਹੋਣਹਾਰ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰ ਸੁਰਮੁਖ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਆਪ ਜੀ ਹਮੇਸ਼ਾ ਹੀ ਸੱਚੇ ਮਨੋਂ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਸਰਦਾਰ ਸੁਰਮੁਖ ਸਿੰਘ ਜੀ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਾਡੇ ਵਿਚਕਾਰ ਸਤਿਕਾਰਯੋਗ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ, ਉਹ ਪਹੁੰਚੇ ਨੇ। ਉਹਨਾਂ ਦੇ ਰੁਝੇਵੇਂ ਬਹੁਤ ਨੇ, ਉਹਨਾਂ ਨੇ ਹੋਰ ਕਈ ਪ੍ਰੋਗਰਾਮਾਂ ਤੇ ਜਾਣਾ ਹੈ। ਉਹਨਾਂ ਦੀ ਸੰਗਤ ਦੇ ਵਿੱਚ ਹਾਜ਼ਰੀ ਲਾਉਂਦੇ ਹੋਏ ਬੇਨਤੀ ਕਰਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਨੂੰ ਕਿ ਉਹ ਆ ਕੇ ਤੁਹਾਡੇ ਨਾਲ ਸੰਗਤਾਂ ਸਾਂਝੀਆਂ ਕਰਨ। ਜ਼ਿੰਦਗੀ ਕੀ ਹੈ, ਜ਼ਿੰਦਗੀ ਦਾ ਅਰਥ ਕੀ ਹੈ, ਜ਼ਿੰਦਗੀ ਜੀਂਦਿਆਂ ਮਨੁੱਖ ਦੇ ਕੀ ਫਰਜ਼ ਨੇ ਔਰ ਸਮਾਜ ਵਿੱਚ ਵਿਚਰਦਿਆਂ ਮਨੁੱਖ ਕਿਸ ਤਰ੍ਹਾਂ ਵਿਵਹਾਰ ਕਰੇ, ਇਹ ਸਾਰੀਆਂ ਗੱਲਾਂ ਦੀ ਜਾਂਚ ਜੋ ਸਾਨੂੰ ਸਾਡੀ ਮਹਾਨ ਪਵਿੱਤਰ ਬਾਣੀ ਤੋਂ ਸਾਡੇ ਗੁਰੂ ਸਾਹਿਬਾਨ ਸਾਨੂੰ ਦੱਸ ਕੇ ਗਏ ਨੇ, ਉਹਦਾ ਜ਼ਿਕਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਤੁਸੀਂ ਸਾਰੇ ਸਰਵਣ ਕਰ ਰਹੇ ਸੀ ਔਰ ਕੀਰਤਨ ਦੇ ਰਾਹੀਂ ਗੁਰੂ ਦੇ ਸ਼ਬਦ ਦਾ ਵਿਖਿਆਨ ਜਦੋਂ ਕੋਈ ਮਾਂ ਭੈਣ ਵੀਰ ਬਜ਼ੁਰਗ ਸਰਵਣ ਕਰਦਾ ਤਾਂ ਕੁਦਰਤੀ ਤੌਰ ਤੇ ਉਹਦੇ ਮਨ ਦੀ ਚਾਹਨਾ, ਮਨ ਦੀ ਇੱਛਾ ਉਸ ਆਸੇ ਅਨੁਸਾਰ ਚੱਲਣ ਦੀ ਬਣਦੀ ਆ। ਇਸੇ ਕਰਕੇ ਸਾਡੇ ਇਹਨਾਂ ਸੰਸਕਾਰਾਂ ਦੇ ਵਿੱਚ ਕੀਰਤਨ ਦੀ ਬੜੀ ਵੱਡੀ ਮਹੱਤਤਾ ਹੈ ਔਰ ਕੀਰਤਨ ਰਾਹੀਂ ਅਸੀਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ ਔਰ ਰਾਗੀ ਜਥੇ ਵੱਲੋਂ ਕੀਰਤਨ ਦਾ ਗੁਣਗਾਨ ਹੋ ਰਿਹਾ। ਸ਼ਬਦ ਦੀ ਸਮਾਪਤੀ ਤੋਂ ਬਾਅਦ 2 ਮਿੰਟ ਮੈਨੂੰ ਮਜਬੂਰੀ ਲਈ ਖੜਨਾ ਪਿਆ ਕਿਉਂਕਿ ਮੈਂ ਇੱਕ ਬਹੁਤ ਹੀ ਅਹਿਮ ਮੀਟਿੰਗ ਦੇ ਵਿੱਚ ਪਹੁੰਚਣਾ। ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਕਾਲ ਦਾ ਗ੍ਰੇਡਿੰਗ ਦਾ ਫੈਸਲਾ ਹੋਣਾ, ਦਿੱਲੀ ਤੋਂ ਟੀਮ ਆਈ ਹੋਈ ਆ, ਮੈਨੂੰ ਤਾਂ ਆਉਣ ਨਹੀਂ ਸੀ ਦੇ ਰਹੇ, ਪਰ ਕਿਉਂਕਿ ਸਾਡੇ ਬਹੁਤ
ਸਤਿਕਾਰਯੋਗ ਸਵਰਗੀ ਸਰ ਸੁਰਮੁਖ ਸਿੰਘ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਬੈਠੇ ਆ। ਸਰ ਸੁਰਮੁਖ ਸਿੰਘ ਹੋਰਾਂ ਨੇ ਆਪ ਦਾ ਜੀਵਨ ਵੀ ਨਾ ਕੇਵਲ ਇੱਕ ਮੁਲਾਜ਼ਮ ਦੇ ਤੌਰ ਤੇ ਬਲਕਿ ਇੱਕ ਸਮਾਜ ਸੇਵੀ ਦੇ ਤੌਰ ਤੇ, ਲੋਕ ਸੇਵਾ ਦੇ ਤੌਰ ਤੇ, ਭਾਈਚਾਰੇ ਦੀ ਸੇਵਾ ਦੇ ਤੌਰ ਤੇ, ਖਾਸ ਤੌਰ ਤੇ ਇਸ ਇਲਾਕੇ ਦੀ ਸੇਵਾ ਦੇ ਤੌਰ ਤੇ ਬਤੌਰ ਮੁਲਾਜ਼ਮ ਦੇ ਨਾਲ ਨਾਲ ਉਹਨਾਂ ਨੇ ਆਪਣਾ ਨਾਮ ਬਣਾਇਆ, ਥਾਂ ਬਣਾਇਆ, ਸਤਿਕਾਰ ਬਣਾਇਆ। ਉਹਦੇ ਤੇ ਅਸੀਂ ਮਾਣ ਕਰ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਖੁਸ਼ਕਿਸਮਤੀ ਵਾਲੀ ਉਹਨਾਂ ਲਈ ਹੈ ਕਿ ਉਹਨਾਂ ਨੇ ਆਪਣੀ ਸੰਤਾਨ ਨੂੰ ਵੀ ਉਸੇ ਸੋਚ ਤੇ, ਉਸੇ ਪ੍ਰੇਰਨਾ ਨਾਲ ਉਸ ਪਾਸੇ ਚੱਲਣ ਲਈ ਤੋਰਿਆ। ਉਹਨਾਂ ਦੇ ਭਤੀਜੇ ਸਾਹਿਬ ਪ੍ਰਗਟ ਸਿੰਘ ਹੋਰੀ ਔਰ ਉਹਨਾਂ ਦੇ ਸਪੁੱਤਰ ਸਾਹਿਬ ਹਰਵਿੰਦਰ ਸਿੰਘ ਹੋਰੀ, ਸਾਰਾ ਪਰਿਵਾਰ ਉਸੇ ਸੋਚ ਤੇ। ਬਸੰਤ ਜੀ ਸਾਡੇ ਯੂਥ ਆਗੂ, ਉਹਨਾਂ ਦੀ ਟੀਮ ਦੇ ਨਾਲ ਇਹ ਪਰਿਵਾਰ ਇਸ ਤਰ੍ਹਾਂ ਲੋਕ ਸੇਵਾ, ਖਾਸ ਤੌਰ ਤੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਝੰਡਾ ਬਰਦਾਰ ਹੋ ਕੇ ਤੁਰਿਆ ਪਰਿਵਾਰ, ਔਰ ਔਖੇ ਤੇ ਮੁਸ਼ਕਲ ਸਮੇਂ ਵਿੱਚ ਵੀ ਹੱਕ ਸੱਚ ਦੀ ਲੜਾਈ ਲਈ ਅੱਗੇ ਹੋ ਕੇ ਚੱਲਣ ਵਾਲਾ ਪਰਿਵਾਰ ਆ। ਆਪਣੇ ਕਾਰੋਬਾਰਾਂ ਦੇ ਨਾਲ, ਆਪਣੇ ਪਰਿਵਾਰਕ ਰੁਝੇਵਿਆਂ ਦੇ ਨਾਲ ਜਦੋਂ ਪੰਥ ਸੇਵਾ ਲਈ, ਸਮਾਜ ਸੇਵਾ ਲਈ, ਲੋਕ ਸੇਵਾ ਲਈ ਔਰ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਲਈ ਜਦੋਂ ਵੀ ਕਿਤੇ ਲੋੜ ਪਈ ਤਾਂ ਹਰਵਿੰਦਰ ਨੇ ਨੌਜਵਾਨਾਂ ਦੀ ਅਗਵਾਈ ਕੀਤੀ। ਪ੍ਰਗਟ ਸਿੰਘ ਹੋਰਾਂ ਨੇ ਇਹ ਸੇਵਾ ਦੀ ਭਾਵਨਾ ਕਰਕੇ ਵੀ ਮੈਂ ਕਹਿ ਸਕਦਾ ਕਿ ਪੰਥਕ ਹਲਕਿਆਂ, ਰਾਜਨੀਤਿਕ ਹਲਕਿਆਂ, ਲੋਕਾਂ ਦੇ ਵਿੱਚ ਆਮ ਤੌਰ ਤੇ ਇਸ ਪਰਿਵਾਰ ਨੇ ਆਪਣਾ ਨਾਂ ਤੇ ਥਾਂ ਸਤਿਕਾਰ ਬਣਾਇਆ। ਸਾਡੇ ਸਤਿਕਾਰਯੋਗ ਮਾਤਾ ਜੀ ਦਾ ਵੀ ਅਹਿਮ ਰੋਲ, ਬਾਪੂ ਸੁਰਮੁਖ ਸਿੰਘ ਹੋਰਾਂ ਦਾ ਵੀ ਅਹਿਮ ਰੋਲ, ਉਹਦੇ ਅਸੀਂ ਮਾਣ ਕਰ ਸਕਦੇ। ਔਰ ਇੱਕ ਹੋਰ ਗੱਲ ਇਸ ਪਰਿਵਾਰ ਤੋਂ ਜੋ ਸਿੱਖਣ ਨੂੰ ਮਿਲਦੀ ਆ, ਜਿਸ ਤੋਂ ਮੈਂ ਪ੍ਰਭਾਵਿਤ ਜ਼ਿਆਦਾ, ਉਹ ਇਹ ਵੀ ਹੈ ਕਿ ਅੱਜ ਪਰਿਵਾਰ, ਸੰਯੁਕਤ ਪਰਿਵਾਰ ਦਾ ਯੁੱਗ ਖਤਮ ਹੋ ਗਿਆ, ਸਾਂਝੇ ਪਰਿਵਾਰਾਂ ਦਾ ਯੁੱਗ ਖਤਮ ਹੋ ਗਿਆ। ਅੱਜ ਤਾਂ ਸ਼ਾਦੀ ਹੋਣ ਨਾਲ ਹੀ ਅਲੱਗ-ਅਲੱਗ ਹੋ ਜਾਂਦੇ ਆ, ਸਗੇ ਭਰਾ ਅਲੱਗ-ਅਲੱਗ ਹੋ ਜਾਂਦੇ ਆ, ਤਾਏ ਚਾਚੇ ਦਾ ਇੱਕ ਪਾਸੇ ਰਹੇ। ਅੱਜ ਐਸੇ ਹਾਲਾਤਾਂ ਜਦੋਂ ਸਾਡੇ ਰਿਸ਼ਤੇ ਟੁੱਟ ਰਹੇ ਨੇ, ਭਰਾ ਭਰਾ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ, ਭੈਣ ਦਾ ਰਿਸ਼ਤਾ ਤੇ ਭੂਆ ਦਾ ਰਿਸ਼ਤਾ ਤਾਂ ਕਾਨੂੰਨਾਂ ਨਹੀਂ ਤੋੜਦਾ। ਆ ਸਾਡੇ ਕੋਲ ਆ ਜਾਓ, ਸਵੇਰੇ ਜੇ 200 ਬੰਦਾ ਮਿਲਣ ਵਾਲਾ ਹੋਊਗਾ ਤਾਂ 150 ਬੰਦਾ ਘਰੇਲੂ ਝਗੜਿਆ ਕਰਕੇ ਆਇਆ ਹੋਊ। ਸੋ ਰਿਸ਼ਤਿਆਂ ਦੇ ਤਰੇੜਾਂ ਪੈ ਗਈਆਂ। ਸਾਡੇ ਪਦਾਰਥਵਾਦ ਨੇ, ਪੱਛਮੀ ਸੱਭਿਆਚਾਰ ਨੇ ਸਾਡੀ ਮਾਨਸਿਕਤਾ ਤੇ ਅਸਰ ਪਾਇਆ, ਸਾਡੇ ਰਿਸ਼ਤੇ ਟੁੱਟਣ ਲੱਗ ਗਏ। ਐਸੇ ਹਾਲਾਤਾਂ ਦੇ ਵਿੱਚ ਜਿਹੜੇ ਪਰਿਵਾਰ ਅੱਜ ਵੀ ਆਪਣੇ ਰਿਸ਼ਤਿਆਂ ਨੂੰ ਸੰਭਾਲ ਕੇ ਬੈਠੇ ਨੇ, ਜਿਹੜੇ ਪਰਿਵਾਰ ਅੱਜ ਵੀ ਰਿਸ਼ਤਿਆਂ ਦਾ ਅਹਿਸਾਸ ਕਰਕੇ ਬੈਠੇ ਨੇ, ਉਹਨਾਂ ਤੇ ਸਾਨੂੰ ਮਾਣ ਆ। ਉਹ ਪਰਿਵਾਰ ਹੈ ਬਾਪੂ ਸੁਰਮੁਖ ਸਿੰਘ ਦਾ, ਜਿਨ੍ਹਾਂ ਨੇ ਅੱਜ ਵੀ ਸੰਯੁਕਤ ਪਰਿਵਾਰ ਦੀ ਪੁਰਾਣੀ ਪ੍ਰਥਾ ਨੂੰ ਕਾਇਮ ਰੱਖ ਕੇ ਸਾਨੂੰ ਇੱਕ ਪ੍ਰੇਰਨਾ ਦੇ ਤੌਰ ਤੇ ਦਿੱਤਾ। ਕਿਉਂਕਿ ਰਿਸ਼ਤਿਆਂ ਨਾਲ ਪੜਤ ਪੈਦਾ ਹੁੰਦੀ ਹੈ, ਰਿਸ਼ਤਿਆਂ ਨਾਲ ਸਾਂਝ ਪੈਦਾ ਹੁੰਦੀ ਹੈ, ਰਿਸ਼ਤਿਆਂ ਨਾਲ ਅਸੀਂ ਇੱਕ ਦੂਜੇ ਦੇ ਕੰਮ ਆਉਣ ਜੋਗੇ ਹੁੰਦੇ। ਪੁਰਾਣੇ ਸਮੇਂ ਦੇ ਵਿੱਚ ਕਿਸੇ ਦੇ ਰਿਸ਼ਤੇਦਾਰ ਨੂੰ ਵੀ ਆਪਣੇ ਰਿਸ਼ਤੇਦਾਰ ਦੇ ਬਰਾਬਰ ਮੰਨਿਆ ਜਾਂਦਾ ਸੀ। ਜੇ ਪਿੰਡ ਦੇ ਵਿੱਚ ਕਿਸੇ ਦਾ ਬਹਿਨੋਈ ਹੋਣਾ, ਸਾਰਾ ਪਿੰਡ ਨੂੰ ਬਹਿਨੋਈਓ ਕਹੀ ਜਾਂਦਾ ਸੀ। ਕਿਸੇ ਦਾ ਫੁੱਫੜ ਹੋਣਾ, ਸਾਰਾ ਪਿੰਡ ਨੂੰ ਫੁੱਫੜੇ ਕਹੀ ਜਾਂਦਾ ਸੀ। ਜਾਤ ਪਾਤ ਦਾ ਫਰਕ ਨਹੀਂ ਸੀ ਕੋਈ ਰੱਖਦਾ, ਪਰ ਅੱਜ ਆਪਣੇ ਨੂੰ ਨਹੀਂ ਕੋਈ ਮੰਨਦਾ। ਸੋ ਇਸ ਕਰਕੇ ਐਸੇ ਸਮੇਂ ਦੇ ਵਿੱਚ ਰਿਸ਼ਤਿਆਂ ਨੂੰ ਬਚਾ ਕੇ ਰੱਖਣਾ, ਰਿਸ਼ਤਿਆਂ ਦੀ ਸੰਭਾਲ ਰੱਖਣੀ, ਇਸ ਪਰਿਵਾਰ ਤੋਂ ਸਿੱਖਣ ਦੀ ਲੋੜ ਆ। ਸੋ ਕਿਉਂਕਿ ਪਰਿਵਾਰ ਸਾਡਾ ਆਪਣਾ ਪਰਿਵਾਰ ਆ, ਪੰਥ ਦਾ ਪਰਿਵਾਰ ਆ, ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਆ। ਬਾਪੂ ਜੀ ਦੀ ਸੇਵਾ ਵੀ ਬੜੀ ਕੀਤੀ ਆ। ਇਹ ਵੀ ਬਹੁਤ ਖੁਸ਼ਕਿਸਮਤ ਬਜ਼ੁਰਗਾਂ ਦੇ ਹਿੱਸੇ ਆਉਂਦੀ। ਅੱਜ ਦੇ ਯੁੱਗ ਦੇ ਵਿੱਚ ਨਹੀਂ ਤਾਂ ਆਪਾਂ ਕਹਿੰਦੇ ਆ ਮਾਂ-ਬਾਪ ਦੀ ਜਿਹੜੀ ਪੂਜਾ, ਸੇਵਾ ਜਿਹੜੀ ਰੱਬ ਦੀ ਪੂਜਾ ਦੇ ਬਰਾਬਰ ਆ, ਪਰ ਅੱਜ ਆਪਾਂ ਦੇਖਦੇ ਆ ਬਜ਼ੁਰਗਾਂ ਦਾ ਕੀ ਹਾਲ ਹੁੰਦਾ। ਐਸੇ ਹਾਲਾਤਾਂ ਵਿੱਚ ਵੀ ਜਿਹੜੇ ਬੱਚੇ ਮਾਂ-ਬਾਪ ਦੀ ਸੇਵਾ ਕਰਦੇ ਨੇ, ਉਹ ਖੁਸ਼ਕਿਸਮਤ ਮਾਂ-ਬਾਪ ਹੁੰਦੇ ਨੇ। ਬਾਪੂ ਜੀ ਉਹਨਾਂ ਨੂੰ ਸਰੀਰਕ ਤੌਰ ਤੇ ਕਈ ਵਾਰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪਿਆ, ਮੈਂ ਦੇਖਿਆ, ਪਰ ਹਰਵਿੰਦਰ ਨੇ ਸਾਰੇ ਰੁਝੇਵੇਂ ਛੱਡ ਕੇ ਜਿਸ ਤਰ੍ਹਾਂ ਸੇਵਾ ਕੀਤੀ ਸਾਰੇ ਪਰਿਵਾਰ ਨੇ, ਉਹਦੇ ਵੀ ਅਸੀਂ ਮਾਣ ਕਰ ਸਕਦੇ ਹਾਂ। ਕਿਉਂਕਿ ਇਸ ਪਰਿਵਾਰ ਦੇ ਕੰਮਕਾਰ ਤੋਂ, ਸੇਵਾ ਤੋਂ ਅਸੀਂ ਸਾਰੇ ਪ੍ਰਭਾਵਿਤ ਔਰ ਲਗਨ, ਇਮਾਨਦਾਰੀ, ਵਫਾਦਾਰੀ ਨਾਲ
झंडा बरदार के होके परिवार ने सेवा की है, वो तो असी प्रभावित हाँ। सो मेरी मजबूरी सी, असी समा मैं ज़्यादा लाना बनता साडा, पर मजबूरी कई बारी होती है। और खास तौर पर मैं रागी जत्थे तो सरकार जो रागी सिंघां तो भी माफ़ी चाहना, बड़ा वधिया कीर्तन का शब्द गुणगान गाया जा रहा से। शब्द की समाप्ति से अभी 2 मिनट लए हैं, उन्होंने तो माफ़ी चाहते हैं। समागम तो उसी तरह चलेगा, अजे 2 शब्द होर पढ़ने ने रागी जत्थे ने, फिर नंद साहब, फिर अरदास, फिर हुक्मनामा, फिर देग बर्तन तो बाद लंगर छकना। ये साडी मर्यादा है। वो शब्द तुसी गुणगान जो गाए जाने हैं, बाणी दे सिक्ख्या जो सानू मिलनी है, वो तुसी शब्द गुरु दे उस महान इन्हां कीर्तनी जथे तो रागी जथे तो सरवण करो। तो मैं अपने वालों श्रोमणी अकाली दल वालों अपने उस बुजुर्ग नूं बहुत ही श्रद्धा सत्कार के शब्द कह के फतेह बुलाना ते माफी चाहना। वाहिगुरू जी का खालसा।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕਾਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੇ ਮਾਵਾ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਬਾਨ ਸਰਦਾਰ ਸੁਰਮੁਖ ਸਿੰਘ ਜੋ ਕੇ ਸਤਿਗੁਰ ਜੀਓ ਆਪ ਜੀ ਦੀ ਬਖਸ਼ੀ ਹੋਈ ਸਵਾਸਾ ਰੂਪੀ ਪੂੰਜੀ ਨੂੰ ਭੋਗ ਕਰਕੇ ਸੰਸਾਰ ਕੇ ਯਾਤਰਾ ਕਰਦੇ ਹੋਏ ਸਤਿਗੁਰ ਜੀਓ ਕੁਝ ਦਿਨ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਅਨਾਦੇ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਨੇ ਇਕੱਤਰ ਹੋ ਕੇ ਸਤਿਗੁਰ ਜੀਓ ਇਲਾਹੀ ਬਾਣੀ ਦੇ ਜਾਪ ਕਰ ਆਏ। ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰ ਜੀਓ ਵੈਰਾਗਮਈ ਕੀਰਤਨ ਗਾਇਣ ਹੋਏ 6 ਪੌੜੀਆਂ ਸਾਹਿਬ ਜੀ ਜਾਪ ਹੋਏ ਅੰਦਰ ਬਾਣੀ ਪੜ੍ਹਦੇ ਹੋਏ ਕੀਰਤਨ ਕਰਦੇ ਹੋਏ ਸੇਵਾ ਸੰਭਾਲ ਕਰਦੇ ਹੋਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਦੇ ਵਿੱਚ ਮੁਸ਼ਕਲ ਮਾਫ ਕਰ ਲੈਣਾ। ਅਗੋ ਵਾਸਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਸੇਵਾ ਸਿਮਰਨ ਕੀਰਤਨ ਕਰਨ ਦੀ ਦਾਤ ਬਖਸ਼ਣੀ। ਪੜ੍ਹੀ ਸੁਣੀ ਗੁਰਬਾਣੀ ਸਿੱਖਣ ਕੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਨੂੰ ਮਕਸਾ ਕਰ ਕਿਰਤਾਰਥ ਕਰਨਾ ਪਿੱਛੇ ਪਰਿਵਾਰ ਨੂੰ ਪਾਣਾ ਮਨੰਦਾ ਬਖਸ਼ਣਾ ਕਿਰਪਾ ਕਰਨੀ ਸਤਿਗੁਰ ਜੀ ਪਾਤਸ਼ਾਹ ਜੀਓ ਵਿਛੜੀ ਹੋਈ ਰੂਹ ਨੂੰ 84 ਦੇ ਗੇੜੇ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਵਾਤਾਵਰਣ ਦੇ ਚੱਕਰਾਂ ਤੋਂ ਬਚਾਣਾ ਪਿੱਛੇ ਪਰਿਵਾਰ ਨੂੰ ਤੇ ਸਾਖ ਸੰਬੰਧੀਆਂ ਨੂੰ ਪਾਣਾ ਮਨੰਦਾ ਬਖਸ਼ਣਾ ਕਿਰਪਾ ਕਰਨੀ ਸਤਿਗੁਰ ਜੀਓ घर परिवार में सुख शांति वर्तावनी दुखां कलेशां वरना दे नाश करने अपने सुखां का प्रकाश करना बच्चों ਨੂੰ माता पिता ਦੇ ਆਗਿਆਕਾਰ ਬਣਾਉਣਾ ਦੇਸ਼ ਕੌਮ ਦੀ ਸੇਵਾ ਇੱਜ਼ਤ ਮਾਨ ਵਡਿਆਈ ਬਖਸ਼ਣੀ ਕਿਰਪਾ ਕਰਨੀ ਸਤਿਗੁਰੂ ਜੀਓ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਰੱਖਣਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀਓ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਤੀਤ ਕਰਾਉਣਾ ਦਰਦੇ ਆਈ ਸਮੂਹ ਸੰਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਂ ਦਰਦੇ ਪ੍ਰਵਾਨ ਕਰਨਾ ਸਤਿਗੁਰੂ ਜੀਓ ਸਮੂਹ ਸੰਤਾਂ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਸੇਵਕ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਪੰਚਮ ਰੂਪੀ ਕੜਾ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ मैं तार दीवार तू है मेरे स्वामी मैं तुझे आगे अरदास मैं उठाओ नहीं इस पे करो विनंती मेरा दुख सुख तुझी पास जीता समुद्र सागर नीर परया देते उन हमारे दया करो किस में रूपा वो डूबते पत्थर तारे जियड़ा बराबर तपै भीतर वगै काती दृढ़मत नानक हुकुम बछाड़े सुख होगा दिन राती ਬਾਵਨ ਹੁਕਮ ਬਖਸ਼ੋ ਹੁਕਮ ਦੇ ਆਧਾਰ ਤੇ ਚਲਣ ਦੀ ਸਮਰੱਥਾ ਬਖਸ਼ੋ ਅੱਖਰ ਵਾਦਾ ਘੰਟਾ ਜੁਗ ਮਾਫ ਕਰਨਾ ਸਹੀ ਪਿਆਰੇ ਮੇਲ ਨਾਮ ਕਰਕੇ ਤਰਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੀ ਸਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਜੈ ਕਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਭਾਂਜਾ ਤਿਨ ਸੁਣੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਗਰਾਂਝਾ ਜਿਨ ਹਰ ਹਿਰਦੈ ਨਾਮ
ਨਾਮ ਨ ਬਸਿਓ। ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰੈ ਬਿਨ ਨਾਵੈ। ਓਏ ਖਪ ਖਪ ਮੋਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਜੁਗ ਬਦ ਊਤਮ। ਹਰ ਪਾਈਐ ਸਤਿਗੁਰ ਮਾਝਾ। ਹਾਂ ਬਲਿਹਾਰੀ ਸਤਿਗੁਰ ਆਪਣੇ। ਜਿਨ ਗੁਪਤ ਨਾਮ ਪਰਗਾਝਾ। ਦਰਸ਼ਨ ਸਾਧ ਮਿਲਿਓ ਵਡ ਭਾਗੀ। ਸਭ ਕਿਲ ਬਿਖ ਗਏ ਗਵਾਝਾ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ। ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ। ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ। ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ। ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ। ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਚਨ ਕਰੁਣਾ ਨਿਧਾਨ ਵਾਲੀਏ ਕੁਲ ਆਲਮ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੇ ਸਨਮੁਖ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਜਿਵੇਂ ਕਿ ਅਸੀਂ ਭਾਈ ਸਰਮੁਖ ਸਿੰਘ ਜੀ ਤਿਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਇੱਥੇ ਵਿਰਾਜਮਾਨ ਹਨ। ਸੋ ਸਮਾਂ ਵੀ ਕਾਫੀ ਹੋ ਚੁੱਕਾ ਹੈ, ਪਰ ਗੁਰਮੁਖ ਪਿਆਰਿਆਂ ਵੱਲੋਂ ਹੁਕਮ ਹੋਇਆ ਕਿ ਜੋ ਗੁਰੂ ਸਾਹਿਬ ਜੀ ਦਾ ਪਾਵਨ ਹੁਕਮ ਆਇਆ ਹੈ ਉਸ ਦੀ ਕੁਝ ਵਿਚਾਰ ਸਾਂਝੀ ਕੀਤੀ ਜਾਵੇ। ਹੁਕਮ ਦੀ ਵਿਚਾਰ ਦੇ ਲਈ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ, ਪਰ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪਾਂ ਥੋੜੇ ਤੋਂ ਥੋੜੇ ਸਮੇਂ ਵਿੱਚ ਇਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਕਿਉਂਕਿ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਰਾਤ ਵੀ ਵਿਚਾਰ ਕੀਤੀ ਸੀ ਕਿ ਆਖਣ ਔਖਾ ਸਾਚਾ ਨਾਉ। ਜੇਕਰ ਹੋਰ ਕੋਈ ਪ੍ਰੋਗਰਾਮ ਹੋਵੇ, ਕੋਈ ਨਾਚ ਗਾਣਾ ਚੱਲ ਰਿਹਾ ਹੋਵੇ ਤਾਂ ਅਸੀਂ ਬੜਾ ਲੰਮਾ ਸਮਾਂ ਬੈਠੇ ਰਹਿੰਦੇ ਹਾਂ, ਸਾਨੂੰ ਪਤਾ ਵੀ ਨਹੀਂ ਲੱਗਦਾ। ਪਰ ਇਸ ਵਿੱਚ ਸਾਡਾ ਵੀ ਕੋਈ ਕਸੂਰ ਨਹੀਂ,
क्योंकि साडे मन की जो हालत है वो है ही ऐसी। गुरबाणी का फरमान है आखण औखा साचा नाऊ, अगे आउंदा है साचे नाम की लागै भूख। बस आहा ही साडे मन नूं बीमारी आ कि सच्चे नाम की किसी नूं भुख नहीं लगती। सो इसलिए जदों गुरबाणी की विचार हुंदी है, शब्द कीर्तन गायन किया जाता है तो यह मन टिकता नहीं, क्योंकि इसनूं भुख ही नहीं। ये बीमार जो होया, असी देखते हाँ कोई पेट का बीमार व्यक्ति होवे उसनूं भुख लगनी बंद हो जाती है। क्यों? क्योंकि वो बीमार है। इसलिए साडी आत्मा की खुराक, साडे मन की खुराक गुरबाणी है, पर मन बीमार होने करके इसनूं भुख नहीं लगती। सो इसलिए बीमार नूं लोड़ तो वध खवाउणा भी नहीं चाहिए। जेकर भुख नहीं लगती ना तो उसनूं लोड़ तो वध खवाउणा भी नहीं चाहिए, उसनूं पचदा नहीं। आपां अक्सर सुनते हैं एक्सेस ऑफ एवरीथिंग इज अ बैड, किसी भी चीज की बहुतात जिहड़ी वो माड़ी होया करती है। पर जो ये नाम रूपी खुराक है ये माड़ी नहीं, इसका कोई नुकसान नहीं, पर साडा मन खानी नहीं चाहता। सो इसलिए आपां यतन करते हाँ कि गुरु साहब जी की बख्शिश द्वारा थोड़े तो थोड़े समय में आपां इस विचार को समझण का यतन करते हाँ। जदों हुक्म की विचार की जाती है तो कुछ उसके शिंगार होया करते हैं कथा दे, जिवें सरल अर्थ, भाव अर्थ, कोई ढुकवें फरमान, कोई ढुकवीं साखी, ये कथा दे शिंगार होया करते हैं। पर समय की सीमा दे विच रहिंदियां होइयां आपां किसी कथा कहानी के नाल सांझ ना पाउण दा यतन करांगे। सो आपां निरोल गुरबाणी की विचार करते हुए गुरु साहब जी की इस बख्शिश नूं, इस पावन हुक्म नूं समझण दा यतन करते हैं। सो विचारां की आरंभता तो पहला मन बिरतियां की एकाग्रता दे लई, रसना की पवित्रता दे लई गुरु साहब जी की बख्शिश की हुई फतेह दे नाल सांझ पाउणा करो जी। सारे गज वज के कहना करो, वाहिगुरु जी का खालसा, वाहिगुरु जी की फतेह। जैतसरी महला चौथा। धन धन श्री गुरु रामदास सच्चे पातशाह जी महाराज जैतसरी राग दे विच बख्शिश कर रहे ने। जिन हर हिरदे नाम ना बसियो तिन मात कीजै हर बांझा। हुण अक्सर जदों कोई इस तरह के समागम होया करते ने तां कई प्राणी जन ऐसे भी हुंदे ने जो कहते हैं कि ये जो कथा कीर्तन चल रहा है ये सिर्फ समय की बर्बादी है, समा खराब किया जाता। जो मायाधारी मनुख हुंदा उसकी ये सोच हुंदी है। कईयां दे बड़े रुझेवें हुंदे ने क्योंकि असीं खलारे बहुत पा छड्डे हैं, इसलिए साडे कोल बैठण दा समा नहीं, बाणी पढ़न दा, नाम जपण दा समा नहीं। उन्हां साधक पुरुषां दे लई, नास्तिक पुरुषां दे लई आपां विचार करने से गुरु साहब आप ही बख्शिश कर रहे ने, बड़ी भारी चपेड़ मार रहे ने। हुण जो ये सोच रहे ने कि ये एक समय की बर्बादी है जां एवें फजूल गल्लां ने, ते भाई वो इस गल नूं थोड़ा संभाल के झल्लिया जो। ये मेरी विचार नहीं, गुरु साहब बख्शिश कर रहे ने। जिन हर हिरदे नाम ना बसियो तिन मात कीजै हर बांझा। कि जो गुरु की बाणी नहीं पढ़ते, नहीं सुनते, गुरु साहब कहते हैं परमात्मा उन्हां दी हरी अकाल पुरख वाहिगुरु उन्हां दी मां नूं बांझ बना देवे। भाव ये नहीं कहा कि वो मर जाण, भाव जंमणी ना, मुढ़ तो ही उन्हां दा खात्मा कर दिता कि ऐसे मनुखां दा पैदा होना ही दुरकार है, वो जमण ही ना। अगे बख्शिश करते ने तिन सुनी दे फिर बिन नाम है कोई खब खब मोए करा जा। उन्हां दी जिहड़ी शरीर है ना, उन्हां दा इस संसार दे विच आउणा इस तरह दा है कि जिवें एक कावां दे टोले जां कां जो हुंदे ने एक उजाड़ दे विच, बियाबान दे विच उजड़े होए घरां दे विच धक्के खांदे फिरदे ने ना, थां थां ठोकरां खांदे फिरदे ने। उन्हां मनुखां दा जो बाणी नहीं पढ़दे, नाम नहीं सुणदे, कदे गुरु घर नहीं आए, उन्हां दा जीवन इस तरह दा है।
ਤਿਨ ਸੁਣੀ ਦੇ ਫਿਰੈ ਬਿਨ ਨਾਵੇ, ਕੋਈ ਖੱਬ ਖੱਬ ਕੋਈ ਕਰਾਂ ਜਾ। ਜਿਵੇਂ ਕਾਂ ਸੁੰਨੀਆਂ ਥਾਵਾਂ ਦੇ ਉੱਪਰ ਉਜਾੜਾਂ ਦੇ ਵਿੱਚ ਕਾਂ ਕਾਂ ਕਰਦੇ ਕਰਲਾਉਂਦੇ ਫਿਰਦੇ ਨੇ, ਉਹਨਾਂ ਲੋਕਾਂ ਦਾ ਇਸ ਧਰਤੀ ਦੇ ਉੱਪਰ, ਇਸ ਮਾਤ ਲੋਕ ਦੇ ਵਿੱਚ ਆਉਣਾ ਇਸ ਤੋਂ ਵੱਧ ਕੇ ਕੁਝ ਵੀ ਨਹੀਂ। गुरु साहब गुजरी की वार, गुजरी की दो वारा ने, पहली वार आ तीजे पातशाह गुरु अमरदास महाराज जी, दूजी वार आ गुरु अर्जन पातशाह जी दी। उस दियां 21 पौड़ियां ने, 15वीं पौड़ी ते 21वीं पौड़ी दो थावां ते पंचम पातशाह गुरु अर्जन देव महाराज जी का श्लोक है। उत्थे भी वो यही बख्शिश करते हैं कि जो लोग परमात्मा का नाम नहीं जपते वो इन्हां कावां की तरह ही ने, थां थां ते करलाउंदे फिरदे ने। अगे गुरु साहब बख्शिश करते ने, मेरे मन जप राम नाम हर माझा। मन नूं संबोधन करते हुए कहते ने कि हे मेरे मना, तू परमात्मा के नाम को जपना कर। हर माझा, जो माझे का भाव होता विचकार, मध्य। जिवें रावी ते ब्यास के विचकार के इलाके में दो दरिया ने, रावी ते ब्यास, हरी के पत्तन ते जाके सतलुज ते ब्यास इकट्ठे हो जाते हैं। उस तो परे का जो इलाका है ब्यास ते रावी के विचकार का, विचकार होने करके उस इलाके में माझा कहा जाता है। माझे का भाव विचकार, मेरे मन जप राम नाम हर माझा, कि उस परिपूर्ण परमात्मा के नाम को जपना कर जो तेरे अंदर है, तेरे मन के विचकार है, तेरे शरीर के विचकार जो परमात्मा है, उसके नाम को जपना कर। कर ही मैं अमृत भरपूर है, मन मुखा साधना पाया। जो कस्तूरी मिर्ग ना जाने भ्रम दा भरम भुलाया, कि कर ही मैं अमृत भरपूर है, कि हे मनुख, हे जीव, तेरे मन दे विच ही, तेरे हिरदे दे विच ही परमात्मा ने अपना नाम, अमृत रूपी नाम टिका के रखा होया है, पर तैनू उसकी समझ नहीं आ रही। तेरी हालत उस मिर्ग दे वर्गी है, उस हिरन दे वर्गी है जिस दी नाभि दे विच कस्तूरी हुंदी आ ते उसनूं उसदी महक बहुत आउंदी आ, पर वो थां थां भटकदा फिरदा, जंगलां दे विच बेलियां दे विच भटकदा फिरदा, पर उसनूं समझ नहीं आउंदी कि वो कस्तूरी है कित्थे। क्यों? क्योंकि कोई दस्सण वाला नहीं। इसे तरह सानू भी असीं कदे गुरु दे कोल तां आके बैठे नहीं, इस करके परमात्मा जो अकाल पुरख वाहिगुरू है वो साडे हिरदे दे विच, साडे अंदर होण दे करके सानू उसदी समझ नहीं पैंदी। तां गुरु साहब कहते ने, मेरे मन जप राम नाम हर माझा, जो परमात्मा दा नाम, जो हरिपूर्ण परमात्मा तेरे अंदर है, तो उसनूं जपना कर, उसके नाम नूं जपना कर। भाई साहब बड़ा रस कन्ना कीर्तन गायन कर रहे सन। हर का नाम सदा सुखदाई, कि परमात्मा का जो नाम है वो ही सब तो वधीक है, सब तो श्रेष्ठ है। सर्व रोग का औखद नाम, असी गुरबाणी दे विच बहुत बार ये विचार नूं पढ़न दा यतन करते हैं कि सर्व रोग का औखद नाम, हर का नाम सदा सुखदाई, जाको सिमर अजामल उधरियो गंगा हो गद पाई। कि जो परमात्मा का नाम है, उस अकाल पुरख का नाम है, वो ही सब तो श्रेष्ठ है, पर असी उसनूं समझण दा यतन नहीं करते। गुर का शब्द रतन है, हीरे जित जड़ाओ। पर असी जिवें भाई साहब कीर्तन गायन कर रहे थे कि गुणा गवाई गंठड़ी अवगण चंदी बन, कि असी जो गुणा की गंठड़ी परमात्मा का नाम है, इसनों छड्ड के अवगुणा की जो गंढ है उसनों बन के इस संसार के उपरों लै जाते। इसलिए गुरु साहब फरमाना करते हैं, मेरे मन जप राम नाम हर माझा, जो परमात्मा का नाम है तेरे अंदर वसिया होया है, उसनों जपना कर।
ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਕਿ ਉਹ ਪ੍ਰਮਾਤਮਾ ਜਦੋਂ ਅਸੀਂ ਉਸ ਦਾ ਨਾਮ ਲੈਣਾ ਸ਼ੁਰੂ ਕਰਦੇ ਹਾਂ, ਉਸ ਦੇ ਦਰ ਤੇ ਆਉਣਾ ਕਰਦੇ ਹਾਂ, ਤਾਂ ਉਹ ਪ੍ਰਮਾਤਮਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰਦਾ ਹੈ, ਗੁਰੂ ਦੇ ਰਾਹੀਂ ਸਾਡੇ ਤੇ ਬਖਸ਼ਿਸ਼ ਕਰਦਾ ਹੈ। ਗੁਰ ਗਿਆਨ ਦਿਓ ਮਨ ਸਮਝਾ, ਤੇ ਗੁਰੂ ਤੋਂ ਸਾਨੂੰ ਇਹ ਸ਼ਬਦ ਰੂਪੀ ਗਿਆਨ ਪ੍ਰਾਪਤ ਹੁੰਦਾ ਹੈ, ਤੇ ਅਸੀਂ ਸਾਡੇ ਮਨ ਨੂੰ ਸਮਝ ਆਉਂਦੀ ਹੈ ਕਿ ਇਹ ਜੋ ਦੁਨਿਆਵੀ ਪਦਾਰਥ ਨੇ, ਦੁਨਿਆਵੀ ਚੀਜ਼ਾਂ ਨੇ, ਇਹ ਸਾਡੇ ਕਿਸੇ ਵੀ ਕੰਮ ਨਹੀਂ। ਇੱਕ ਦਿਨ ਅਸੀਂ ਇਹਨਾਂ ਨੂੰ ਛੱਡ ਕੇ ਤਿਆਗ ਕੇ ਸੰਸਾਰ ਦੇ ਉੱਪਰੋਂ ਚਲੇ ਜਾਣਾ ਹੈ। ਅੱਗੇ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਕੀਰਤ ਕਲ ਜੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਕਿ ਇਸ ਕਲਯੁਗ ਦੇ ਪ੍ਰਭਾਵ ਦੇ ਵਿੱਚ, ਇਸ ਕਲਯੁਗ ਦੇ ਸਮੇਂ ਦੇ ਵਿੱਚ ਜੇਕਰ ਕੋਈ ਸਹਾਈ ਹੋ ਸਕਦਾ ਹੈ ਤਾਂ ਪਰਮਾਤਮਾ ਦੀ ਸਿਫਤ ਸਲਾਹ। ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ, ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ। ਭਗਤ ਜੀ ਪੰਡਤ ਨੂੰ ਕਹਿਣਾ ਕਰਦੇ ਨੇ ਕਿ ਪੰਡਤ ਜੀ ਤੁਸੀਂ ਕਹਿਣਾ ਕੀਤਾ ਕਿ ਸਤਿਯੁਗ ਦੇ ਵਿੱਚ ਸਤ ਦੀ ਪ੍ਰਧਾਨਤਾ ਸੀ, ਕਿ ਲੋਕ ਉਦੋਂ ਸਤ ਬੋਲਦੇ ਸਨ। ਉਸ ਤੋਂ ਬਾਅਦ ਜੋ ਯੁੱਗ ਪਲਟਿਆ, ਤ੍ਰੇਤਾ ਯੁੱਗ ਆਇਆ, ਉਦੋਂ ਜੱਗਾਂ ਦੀ ਪ੍ਰਧਾਨਤਾ ਸੀ। ਲੋਕ ਬੜੇ ਵੱਡੇ ਵੱਡੇ ਜੱਗ ਕਰਦੇ ਸੀ, ਘੋੜਿਆਂ ਦੇ ਹਾਥੀਆਂ ਦੀਆਂ ਬਲਿਦਾਨ ਦੇ ਕੇ, ਉਹਨਾਂ ਦੀਆਂ ਬਲੀਆਂ ਦੇ ਕੇ ਜੱਗ ਕੀਤੇ ਜਾਂਦੇ ਸੀ। ਉਸ ਤੋਂ ਬਾਅਦ ਦੁਆਪਰ ਯੁੱਗ ਆਇਆ, ਜਿਸ ਦੇ ਵਿੱਚ ਪੂਜਾ ਨੂੰ, ਦੇਵਤਿਆਂ ਦੀ ਪੂਜਾ ਨੂੰ ਬੜੀ ਪ੍ਰਧਾਨਤਾ ਦਿੱਤੀ ਗਈ। ਤਾਂ ਭਗਤ ਜੀ ਕਹਿਣਾ ਕਰਦੇ ਨੇ ਕਿ ਠੀਕ ਆ ਪੰਡਤ ਜੀ, ਅਸੀਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਇਹ ਤਿੰਨੇ ਚੀਜ਼ਾਂ ਦੀ ਪ੍ਰਧਾਨਤਾ ਹੋਵੇਗੀ, ਪਰ ਕਲਯੁਗ ਦੇ ਵਿੱਚ ਇਹਨਾਂ ਦੇ ਨਾਲ ਜੀਵ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ। ਕਿ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਦਾ ਹੀ ਆਸਰਾ ਹੈ। ਸੋ ਨਾਮ ਨੂੰ ਜਪੇ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਪਰ ਆਖਣ ਔਖਾ ਸਾਚਾ ਨੋ, ਇਹ ਔਖਾ ਬੜਾ, ਸਾਡਾ ਮਨ ਇਸ ਨੂੰ ਜਪ ਕੇ ਰਾਜੀ ਨਹੀਂ, ਇਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਰਾਜੀ ਨਹੀਂ। ਪਰ ਗੁਰਬਾਣੀ ਦਾ ਫਰਮਾਨ ਹੈ, ਬਸੰਤ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਬ ਕਲੂ ਆਇਓ ਰੇ, ਕਿ ਹੁਣ ਕਲਯੁਗ ਆ ਗਿਆ ਭਾਈ, ਤੇ ਕੀ ਕਰੀਏ। ਕਿ ਗੁਰੂ ਸਾਹਿਬ ਫਿਰ ਕੀ ਕੀਤਾ ਜਾਵੇ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਕਿ ਹੁਣ ਤੇਰੇ ਕੋਲ ਇੱਕੋ ਹੀ ਆਧਾਰ ਰਹਿ ਗਿਆ, ਇਸ ਸੰਸਾਰ ਦੇ ਉੱਪਰੋਂ ਤੇਰਾ ਪਾਰ ਉਤਾਰਾ ਤਾਂ ਹੀ ਹੋ ਸਕਦਾ ਹੈ, ਤੇਰਾ ਲੋਕ ਪਰਲੋਕ ਤਾਂ ਹੀ ਸਫਲਾ ਹੋ ਸਕਦਾ ਹੈ। ਹਰ ਨਾਮ ਬੋਵੋ ਬੋਵੋ, ਦੋ ਵਾਰੀ ਕਿਹਾ ਬੋਵੋ ਬੋਵੋ, ਭਾਵ ਸਟ੍ਰੈਸ ਦੇ ਕੇ, ਵਜਨ ਦੇ ਕੇ ਗੱਲ ਕਹੀ ਕਿ ਹੇ ਮਨੁੱਖ, ਹੇ ਜੀਵ, ਕਿਤੇ ਤੂੰ ਭੁੱਲ ਨਾ ਜਾਈਂ, ਭਟਕ ਨਾ ਜਾਈਂ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ। ਕਿ ਹੋਰ ਕੋਈ ਵੀ ਰੁੱਤ ਨਹੀਂ, ਭਾਵ ਇਹ ਜੋ ਮਨੁੱਖਾ ਜਨਮ, ਸਾਨੂੰ ਇਹ ਸਰੀਰ ਮਿਲਿਆ ਹੈ, ਕੇਵਲ ਇਹ ਹੀ ਇੱਕ ਰੁੱਤ ਹੈ ਜਿਸ ਦੇ ਵਿੱਚ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਬੀਜ ਸਕਦੇ ਹਾਂ, ਭਾਵ ਉਸ ਦਾ ਨਾਮ ਜਪ ਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਜੇਕਰ ਹੋਰ 84 ਲੱਖ ਜੂਨਾਂ ਮੰਨੀਆਂ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚੋਂ ਹੋਰ ਕੋਈ ਵੀ ਐਸੀ ਜੂਨ ਨਹੀਂ, ਐਸਾ ਜਨਮ ਨਹੀਂ ਜਿਸ ਦੇ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪ ਕੇ ਸਾਡਾ ਪਾਰ ਉਤਾਰਾ ਹੋ ਸਕੇ। ਅਨਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ, ਮਤਾਂ ਤੋਂ ਇਸ ਭੁਲੇਖੇ ਦੇ ਵਿੱਚ ਫਿਰਦਾ ਰਵੇਂ ਕਿ ਮੈਂ ਕਿਸੇ ਹੋਰ ਤਰੀਕੇ ਦੇ ਨਾਲ, ਹੋਰ ਜਨਮ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਮੇਰਾ ਪਾਰ ਉਤਾਰਾ ਹੋ ਸਕਦਾ ਹੈ। ਤਾਂ ਗੁਰੂ ਸਾਹਿਬ ਰੋਜ਼ਾਨਾ ਬਖਸ਼ਿਸ਼ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਇੱਕੋ ਇੱਕ ਵਾਰੀ ਹੈ ਜੋ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਪ੍ਰਾਪਤ ਹੋਈ ਹੈ, ਹੋਰ ਕੋਈ ਵੀ ਸਾਧਨ ਨਹੀਂ। ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਕੀਰਤ ਕਲਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਹੁਣ ਜੋ ਪਰਮਾਤਮਾ ਦੀ ਸਿਫਤ ਸਲਾਹ ਹੈ ਕਲਯੁਗ ਦੇ ਵਿੱਚ, ਉਸ ਦੁਆਰਾ ਹੀ ਅਸੀਂ ਉਸ ਨੂੰ ਪਾ ਸਕਦੇ ਹਾਂ। ਪਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਹਰ ਪਾਈਐ ਸਤਿਗੁਰ ਮਾਝਾ। ਹੁਣ ਫਿਰ ਮਾਝਾ ਭਾਵ ਵਿਚਕਾਰ। ਹੁਣ ਸਾਨੂੰ ਜੋ ਵਿਚਕਾਰ ਹੈ, ਪਰਮਾਤਮਾ ਨੂੰ ਅਸੀਂ ਸਿੱਧੇ ਨਹੀਂ ਮਿਲ ਸਕਦੇ, ਕਿਉਂਕਿ ਨਾ ਤਾਂ ਅਸੀਂ ਰੱਬ ਕਦੇ ਵੇਖਿਆ ਤੇ ਨਾ ਹੀ ਸਾਨੂੰ ਮਹਿਸੂਸ ਹੁੰਦਾ ਕਿ ਹੈ ਕਿੱਥੇ। ਇਹ ਗੁਰੂ ਸਾਨੂੰ ਦੱਸਦਾ ਹੈ, ਗੁਰੂ ਨੂੰ ਸਾਨੂੰ ਵਿੱਚ ਵਿਚੋਲਾ ਪਾਉਣਾ ਪਵੇਗਾ।
ਤਾਂ ਸਾਡਾ ਤੇ ਪਰਮਾਤਮਾ ਦਾ ਜੋ ਰਿਸ਼ਤਾ ਹੈ ਉਹ ਸਫਲ ਹੋ ਸਕਦਾ ਹੈ, ਨਹੀਂ ਤਾਂ ਨਹੀਂ ਹੋ ਸਕਦਾ। ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼, ਪਰ ਅਸੀਂ ਗੁਰੂ ਨੂੰ ਤਾਂ ਪਾਸੇ ਰੱਖ ਦਿੱਤਾ, ਗੁਰੂ ਦੀ ਨਾ ਮੰਨਦੇ ਨਹੀਂ। ਪਰ ਜਿੰਨਾ ਚਿਰ ਅਸੀਂ ਗੁਰੂ ਦੀ ਨਹੀਂ ਮੰਨਦੇ, ਗੁਰੂ ਤੋਂ ਬੇਮੁਖ ਰਵਾਂਗੇ, ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਰੋਜ਼ਾਨਾ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਨਾ ਕਰਦੇ ਹਾਂ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਪਰ ਗੁਰੂ ਦੀ ਚਰਣੀ ਪਾਈ ਤਾਂ ਲੱਗਣਾ ਹੀ ਪੈਣਾ ਹੈ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਸ਼ਬਦ ਗੁਰੂ ਸੁਰਤ ਤੁਨ ਚੇਲਾ। ਇਹ ਫਿਰ ਗੁਰੂ ਨੇ ਸਾਨੂੰ ਸ਼ਬਦ ਦੇ ਨਾਲ ਜੋੜਨਾ ਹੈ, ਫਿਰ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸੇ ਲਈ ਅਸੀਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਇਹ ਵਿਚਾਰ ਕਿਉਂ ਜ਼ਰੂਰੀ ਆ? ਇਸੇ ਲਈ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦੇ। ਜੇ ਕੋ ਗੁਰ ਤੇ ਬੇਮੁਖ ਹੋਵੇ ਫਿਰ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰਥ ਹੈ ਕੋਈ ਪੁੱਛੋ ਕਬੀਕੀਆ ਜਾਏ। ਅਨੇਕ ਜੋਨੀ ਭਰਮ ਆਵੇ ਫਿਰ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼, ਕਿ ਕਿਸ ਦੇ ਕੋਲ ਅਸੀਂ ਜਾ ਕੇ ਰੋਣਾ ਕਰੀਏ, ਕਿਸ ਦੇ ਕੋਲ ਫਰਿਆਦ ਕਰੀਏ। ਕੋਈ ਵੀ ਵਿਚੋਲਗਿਰੀ ਨਹੀਂ ਕਰ ਸਕਦਾ ਸਿਰਫ ਗੁਰੂ ਤੋਂ ਬਿਨਾਂ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹੀ ਇੱਕ ਐਸੇ ਵਿਚੋਲੇ ਨੇ ਜੋ ਸਾਡਾ ਰਿਸ਼ਤਾ ਪਰਮਾਤਮਾ ਦੇ ਨਾਲ ਜੋੜ ਸਕਦੇ ਨੇ। ਅੱਗੇ ਬਖਸ਼ਿਸ਼ ਕਰ ਰਹੇ ਨੇ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ, ਕਿ ਮੈਂ ਐਸੇ ਸਤਿਗੁਰੂ ਤੋਂ, ਐਸੇ ਅਕਾਲ ਪੁਰਖ ਵਾਹਿਗੁਰੂ ਤੋਂ, ਐਸੇ ਅਗੰਮੀ ਜੋਤ ਤੋਂ ਬਲਿਹਾਰੀ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜਿਨ ਗੁਪਤ ਨਾਮ ਪਰ ਗਾਜਾ, ਕੇ ਜਿਸ ਨੇ ਬਖਸ਼ਿਸ਼ ਕਰਕੇ ਮੇਰੇ ਅੰਦਰੋਂ, ਇਹ ਉਹ ਅਵਸਥਾ ਹੈ ਜਦੋਂ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਜਿਨ ਗੁਪਤ ਨਾਮ ਪਰ ਗਾਜਾ, ਜਿਸ ਨੇ ਉਸ ਗੁਪਤ ਨਾਮ ਨੂੰ, ਜਿਸ ਦੇ ਬਾਰੇ ਸਾਨੂੰ ਸਮਝ ਨਹੀਂ ਸੀ, ਅਸੀਂ ਹਿਰਨ ਦੀ ਤਰ੍ਹਾਂ ਥਾਂ ਥਾਂ ਭਟਕ ਰਹੇ ਸੀ, ਸਾਨੂੰ ਦੱਸ ਦਿੱਤਾ ਕਿ ਉਹ ਪਰਮਾਤਮਾ ਤੇਰੇ ਅੰਦਰ ਹੀ ਹੈ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ, ਜਿਸ ਨੇ ਇਹ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜੀ ਸਰਦਾਰ ਸੁਰਮੁਖ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭਾਈ ਸੁਰਮੁਖ ਸਿੰਘ ਜੀ ਦੇ ਨਿਮਿਤ ਅਰਦਾਸ ਬੇਨਤੀ ਕੀਤੀ ਹੈ, ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਕੇ ਇਸ ਪਾਣੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਕਾਫੀ ਲੰਮਾ ਚਿਰ ਉਹ ਬਿਮਾਰ ਰਹੇ, ਪਰ ਅੱਜ ਦੇ ਅਜੋਕੇ ਸਮੇਂ 'ਚ ਇਹਨਾਂ ਬੱਚਿਆਂ ਦੀ ਦਾਤ ਦੇਣੀ ਬਣਦੀ ਹੈ। ਹਰਵਿੰਦਰ ਸਿੰਘ ਕਮਾਲਪੁਰ ਤੇ ਪ੍ਰਗਟ ਸਿੰਘ ਦੋਵੇਂ ਭਰਾਵਾਂ ਨੇ ਤੇ ਸਮੁੱਚੇ ਸੰਯੁਕਤ ਪਰਿਵਾਰ ਨੇ, ਕਿਉਂਕਿ ਪਿੱਛੇ ਉਹ ਮਾਤਾ ਕੁਲਵੰਤ ਕੌਰ ਨੂੰ ਛੱਡ ਕੇ ਇਹ ਦੋਵੇਂ ਬੇਟਿਆਂ ਨੂੰ, ਉਹਨਾਂ ਦੇ ਭਰਾ ਜਸਵਿੰਦਰ ਸਿੰਘ ਜੀ, ਉਹਨਾਂ ਦਾ ਭਤੀਜਾ ਵੀਰ ਦਵਿੰਦਰ ਸਿੰਘ, ਬੇਟੀ ਜੋ ਵਿਆਹੀ ਹੋਈ ਹੈ ਭਤੀਜੀ ਉਹਨਾਂ ਦੀ ਜਸਪ੍ਰੀਤ, ਇਹ ਅੱਜ ਦੇ ਸਮੇਂ ਦੇ ਵਿੱਚ ਸੰਯੁਕਤ ਪਰਿਵਾਰ ਹੈ, ਸਾਰੇ ਇਕੱਠੇ ਰਹਿੰਦੇ ਨੇ। ਤੇ ਸਾਰਿਆਂ ਨੇ ਜਦੋਂ ਬਾਈ ਜੀ ਬਿਮਾਰ ਹੋਏ, ਜਿੱਥੇ ਸਾਰੇ ਪਰਿਵਾਰ ਨੇ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਪਾਇਆ, ਪੂਰਾ ਜ਼ੋਰ ਲਗਾਇਆ ਤੇ ਕਾਫੀ ਹੱਦ ਤੱਕ ਉਹਨਾਂ ਦਾ ਇਲਾਜ ਵੀ ਵਧੀਆ ਹੋਇਆ। ਪਰ ਜਿਵੇਂ ਜੋ ਅਕਾਲ ਪੁਰਖ ਨੇ ਸਵਾਸ ਲਿਖੇ ਸਨ, ਉਹਨਾਂ ਨੂੰ ਪੂਰੇ ਕਰਦੇ ਹੋਏ, ਸਮੇਟਦੇ ਹੋਏ ਉਹ ਪਿਛਲੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਸਾਡੇ ਵਿਚਕਾਰ ਇਲਾਕੇ ਦੇ ਬਹੁਤ ਪ੍ਰਮੁੱਖ ਸ਼ਖਸੀਅਤਾਂ, 5 ਸਰਪੰਚ ਸਾਹਿਬਾਨ, ਨੰਬਰਦਾਰ ਸਾਹਿਬਾਨ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, MC ਸਾਹਿਬਾਨ, ਵਕੀਲ ਸਾਹਿਬਾਨ, ਐਡਵੋਕੇਟ ਸਾਹਿਬਾਨ, ਆੜਤੀ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ। ਤੇ ਸਿਰਫ 4 ਬੁਲਾਰੇ ਨੇ ਜਿਨ੍ਹਾਂ ਨੇ ਸ਼ਰਧਾਂਜਲੀ ਭੇਟ ਕਰਨੀ ਹੈ ਸਰਦਾਰ ਸੁਰਮੁਖ ਸਿੰਘ ਜੀ ਨੂੰ ਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਾ। ਸਭ ਤੋਂ ਪਹਿਲਾਂ ਮੈਂ ਸਰਦਾਰ ਅਜਮੇਰ ਸਿੰਘ ਜੀ ਖੇੜਾ, ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਐਗਜ਼ੀਕਿਊਟਿਵ ਦੇ ਮੈਂਬਰ ਨੇ, ਕਾਰਜਕਾਰਨੀ ਦੇ ਮੈਂਬਰ ਨੇ, ਉਹ ਆ ਕੇ ਸਰਦਾਰ ਸੁਰਮੁਖ ਸਿੰਘ ਜੀ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਨਗੇ। ਸਰਦਾਰ ਅਜਮੇਰ ਸਿੰਘ ਜੀ ਖੇੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਜੋਗ ਵਿਜੋਗ ਦੇ ਕਾਰਜ ਲਾਵੇ ਲਿਖਿਆ ਜੋ ਵਿਛੜਨਾ ਤੇ ਮਿਲਣਾ ਹੈ, ਸੱਚੇ ਪਾਤਸ਼ਾਹ ਨੇ ਆਪਣੇ ਹੱਥ 'ਚ ਰੱਖਿਆ। ਦੋ ਕਾਰਜ ਜਿਹੜੀ ਹੈ ਇਹ ਆਪ ਚਲਾਉਂਦੇ ਨੇ।
जिन्हें एक लेख देख के जीव इस संसार से आਉਂਦਾ है वो भोग के फिर विछोड़ा दे जाता, विछोग दे जाता है। जो है ऐसे चल से सबको एक बारी है, जिसके जी प्राण है कुछ सहम और मुसलती। मनुखा जिहड़ा जीवन है ये सच्चे पातशाह सोझी बख्शे ने कला मनुखा जीवन है, बाकी जिहड़े जीवन उहदे सोझी नहीं कि जिहदे हाथ में तेरे प्राण ने तो हमेशा उन्हें अपना चेते च रख दे नाल अपना मन जोड़। भाई साहब ने भी जिहड़ा कीर्तन दे विच भी जो कथा हुई उहदे विच भी यही दस्सिया कि जिहड़ा आपां नूं अपना मन है परमात्मा के नाम के नाल जोड़ना चाहिए। भाई सुरमुख सिंह जी बहुत ही पवित्र आत्मा, बहुत ही समाज सेवक सुभाव से उन्होंने नौकरी करते हुए भी समाज की सेवा करते रहे। रिटायर होने के बाद भी सेवा की उन्होंने और अपने परिवार को सोझी बख्शी किवें समाज के विच किरत भी करनी है, नाल दी नाल समाज की सेवा भी करनी है। एडा बड़ा जिहड़ा इकट्ठ है ये दसदा है कि इन्हां दा समाज के जिहड़ा विचरण का सुभाव है वो बहुत ही बड़बला सी, बहुत ही चंगा सी। सो जो आप किसी के दुख सुख इकट्ठे होने आपको भी अपने विचार करनी चाहिए, अपने मन नाल विचार करनी चाहिए कि जिहदे आप समाज में गए उतों आप की सीख के आए हैं। सो अज तो आपको भाई सुरमुख सिंह के जीवन तो सेध लेनी चाहिए कि परमात्मा के नाम नाल भी जुड़ी आप नाल दे नाल जिहड़ा अपने परिवारों को किरत करके भी पालिए, लेकिन समाज में भी जी सेवा बहुत जरूरी है। बच्चे दोनों प्रगट सिंह भी हरविंदर सिंह जी समुचा ही परिवार इन्हों का बहुत वधिया तरीके जीवन जो अपना बतीत कर रहे हैं, समाज के वधिया नाम ही कमा रहे हैं। मैं देख रहा सी बहुत सारे जो वकील साहबान ने इस समाज में पहुंचे हुए हैं। ये प्रगट सिंह का जो उन्होंने फील्ड है ਉਹਦੇ ਚ ਇਹਨਾਂ ਆਪਣੇ ਫੀਲਡ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਸਮਾਜ ਦੇ ਰੁਤਬਾ ਬਣਾਇਆ ਹੋਇਆ। ਰਵਿੰਦਰ ਸਿੰਘ ਜੀ ਜਿਹੜੇ ਸਾਡੇ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੇ, ਇਹਨਾਂ ਨੇ ਵੀ ਸਮਾਜ ਦੇ ਬਹੁਤ ਵੱਡੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰ ਰਹੇ ਨੇ। ਕਿਸਾਨੀ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਰੋਲ ਉੱਥੇ ਦਿੱਲੀ ਜਾ ਕੇ ਨਿਭਾ ਰਹੇ ਨੇ। ਸੋ ਇਹਨਾਂ ਦੇ ਸਮਾਜ ਦੇ ਵਿੱਚ ਆਪਾਂ ਨੂੰ ਜਿਹੜੇ ਪਰਿਵਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। सच्चे पातशाह कृपा कर भाई सुरमुख सिंह जी अपने चरणों में निवास बख्शन, परिवार को भाणा मनों का वर बख्शन। वाहिगुरू जी का खालसा वाहिगुरू जी की फतेह। सरदार अमरिंदर सिंह जी कैंपी जनरल सकत्तर किसान यूनियन, करनैल सिंह जी सर्कल प्रधान, परमजीत सिंह सुरतापुर सर्कल प्रधान, चरणजीत सिंह चन्नी MC साहब, जगजीत सिंह जगी PTC तो, बचित्र सिंह जी पप्पू माजरा, सविंदर सिंह जी पप्पू माजरा, हरदेव सिंह चंदू माजरा, अमरिंदर सिंह रियल MC साहब, हरमिंदर सिंह बाला साबका सरपंच बहरामपुर जिमीदारा, सरबजीत सिंह चैड़िया यूथ आगू, सतनाम सिंह चुटकी एडवोकेट JPS ढेर साबका प्रधान बार एसोसीएशन, प्रेम सिंह जी रौणी प्रधान सैलर एसोसीएशन, एडवोकेट चरणजीत सिंह कई, भाग सिंह जी साबका MLA साहब, अजमेर सिंह जी खेड़ा बोल के गए हैं, जुगराज सिंह जी राजू मानखेड़ी प्रधान ट्रक यूनियन जिला रोपड़, जसविंदर सिंह जी पम्मी साबका MC, जसवंत सिंह साबका MC, श्री चमकौर साहब, शक्ति त्रिपाठी जी, एडवोकेट राजीव शर्मा जी, मास्टर सुरजीत सिंह जी, मलकीत सिंह, मनजीत सिंह कनौली साबका चेयरमैन मार्केट कमेटी रूपनगर, समूह स्टाफ मार्केट कमेटी रूपनगर ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਸਾਰਾ ਸਟਾਫ ਸਤਿਕਾਰਯੋਗ ਸਾਰੇ ਇੱਥੇ ਹਾਜ਼ਰ ਨੇ। ਸਤਿਕਾਰਯੋਗ ਸਾਰੇ ਰੋਪੜ ਚਮਕੌਰ ਸਾਹਿਬ ਅਤੇ ਘਨੌਲੀ ਮੰਡੀ ਦੇ ਸਮੂਹ ਆੜ੍ਹਤੀ ਸਾਹਿਬਾਨ ਇੱਥੇ ਹਾਜ਼ਰੀ ਲਵਾ ਰਹੇ ਨੇ ਤੇ ਲਵਾ ਕੇ ਗਏ ਨੇ। ਸੋ ਮੰਗਲ ਸਿੰਘ ਜੀ ਘਨੌਲੀ, ਦਲਜੀਤ ਸਿੰਘ ਜੀ ਪੁੱਟੋ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਸਰਪੰਚ ਘਨੌਲੀ, ਸੁਰਮੁਖ ਸਿੰਘ ਬਬਲਾ ਗੰਦਾ ਤੋਂ, ਦਲੀਪ ਸਿੰਘ ਸੀਨੀਅਰ ਅਕਾਲੀ ਆਗੂ, ਅਮਰਿੰਦਰ ਸਿੰਘ ਜੀ ਸਾਬਕਾ ਪ੍ਰਧਾਨ बाबा जी बार एसोसीएशन के साबका प्रधान, जसविंदर सिंह जी छोटू साबका चेयरमैन मार्केट कमेटी मरंडा, करमवीर सिंह भंगू, हरपाल सिंह जी दतारपुर जो संयुक्त मोर्चे के श्रोमणी अकाली दल के सीनियर लीडर ने, संयुक्त मोर्चा किसान जथेबंदी के कन्वीनर ने रोपड़ जिले के,
अपना जगपाल सिंह जी जौली साबका MC साहब, नवरीत सिंह मावी प्रधान यूथ अकाली दल मंडा, बलविंदर सिंह जी झल्लियां, बीबी प्रीतम कौर जी प्योड़ा ते बीबी चरणजीत कौर, ये सारे सत्कारयोग जो शख्सियतां आके गई ने। हुण मैं बेनती करदा बाबा अवतार सिंह जी हैड दरबार कोटपुरा रोपड़ तो वो आके सरदार सुरमुख सिंह जी ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਆਪਣੇ ਧਾਰਮਿਕ ਵਿਚਾਰਾਂ ਦੇ ਨਾਲ ਸੰਗਤਾਂ ਨਾਲ ਸਾਂਝ ਪਾਉਣਗੇ। जुगो जुग अकाल साहब श्री गुरु ग्रंथ साहब की हजूरी जुड़ी हुई गुरु रूप साध संगत जीओ दास वालों संत बाबा खशाल सिंह जी वालों सारिया सिख संगतां नूं निमरता सहित बड़े सत्कार के नाल बड़े अदब के नाल वाहिगुरू जी का खालसा वाहिगुरू जी की फतेह। जल कहाँ फल कहाँ गगन के गौन कहाँ काल के बनाए सबे काल ही जवाएंगे दे महाभागो सारो परमेश्वर जिसने सारी सृष्टि की रचना की है। इस परमेश्वर ने पता है किस जीव को किस समय किस स्थान से किस कारण के नाल मौत के मुँह से जाना है। सो संसार के बड़े बड़े ऋषि मुनि भी पैगंबर आए, सारे बड़े भारी संसार को चले गए। इस संसार से वही रहे जिन्होंने आके सेवा के सिमरन के कार्य किए, उन्होंने नाम संसार के रह गया। गुरु नानक पातशाह के कार्यकाल के पांच पातशाह होए, किसी को नाम भी याद नहीं। एक बाबर का नाम प्रचलित है, बाकी गुरु नानक पातशाह नाम अज सारे वर्ल्ड के तारे की तरह चमक रहा है। क्यों चमक रहा है कि आके मनुखता का भला किया ते नाम जपाया। सो गल नाम की चल रही सी। दास तो पहला भाई साहब जी ने कथा दे विच वार वार जो हुक्मनामा आया उसका सारा जो सलेख सी भाव सी सारा ही नाम का सी। तो सतयुग की गल करिए, सतयुग की गल भी चली। सतयुग के कलयुग कोई माड़ा नहीं हैगा। देखो आके परमेश्वर ने कितना ही भी सौखा बनाया। सतयुग के कोई पाप करता सी तो सारे देश में सज़ा मिलती सी। त्रेता के कोई पाप करता सी तो उस शहर के सारे पासे सज़ा मिलती सी। द्वापर के कोई पाप करता सी तो उसके परिवार को सारे सज़ा दी जाती सी। कलयुग के जिहड़ा करता है वही करता है। सो महाराज ने बाणी के फैसला ही करता, एक तितला एक्शन ध्यायो काल फांस के बीच रहा। परमेश्वर ने बड़ी रहत दे दी कलयुग दे विच, इस करके गल नाम की है। अगे जो है वो नाम ही जाना है। दूजी अष्टपदी दे विच आउंदा है कि जिस तरह सफर दे विच पुराने टाइम दे विच डोसा हुंदा है कि जो कि मैदे दे विच घी पा के तल के बनाया जाता, उहदा ख्याल लगन दिंदा ते ना भुख लगन दिंदा ते कई दिन खराब भी नहीं किया। वो फिर जो सफर में जाते सन वो चाह भी नहीं लगन दिंदा ते भुख भी लगन दिंदा और रास्ते का एक आसरा बन जाता सी। इस तरह जो जीव जाता है फिर जो नाम है उस प्राणी का आसरा बन जाता है। इतों तक महाराज ने कहा नाम बिना जो पहरा खाए जो कुकर झूठ न पाए। नाम तो बिना साडा पहनना तो खाना कुत्ते झूठ पाने के बराबर है। नाम बिना जेता बेहार जो मृतक मिथ्या श्रृंगार। नाम तो बिना साडा पहनना तो खाना इस मुर्दे में शिकार ला दी। कदम मुर्दे ने उठ के कहा कि तुम मैं कपड़ा माड़ा पाता, तुम मैं चंगा पाता। इस करके गल नाम की है, गल चंगे कारजां की है। अज उन्होंने पुत्र सुरमुख सिंह जी ने जे कोई कहे मैं अपने पुत्रा 50 किले छड़ गया, 100 करोड़ रुपया छड़ गया, अज के जमाने दुष्ट की गल है। इत्थे भी ते कहा दरगाह दे विच भी गल यह है कि सुखी वो है अज जिहदी औलाद चंगी है। अज कई के कोल 50-50 करोड़ रुपया 50-50 किले भी आ, कंधा दे नाल टक्कर मारते पुत नशे खाते हैं, बुरा हाल है। वो सुखी है। सुखी जिसे बाद शाम की रोटी खाने में पैसा नहीं, औलाद चंगी है तो सुखी है। सो सुरमुख सिंह भावें बड़ी बीमारी चली, पुत्रा ने बड़ी सेवा की, आर्थिक तौर पर भी परिवार बहुत जूझिया, मेहनत भी उन्होंने अपनी बहुत की, जो कि किरत सी गुरु नानक पातशाह की कही हुई। तो फिर
पिता के इलाज के भी कोई कसर नहीं छड़ी, भावें कि हज़ारों रुपये की महीने की दवाई आती सी, पर पिता को दवाई तो वांझा नहीं रहन दिता। एक पुत्रा की शाबाश है, यही अज कमाई होती है, जो कि पिछे बंदा देख के जो जाता खुश होकर जाता कि जो मेरे पुत्र हैं उन्होंने संसार में चंगा नाम भी है तो चंगे कार्य भी कर रहे हैं। कल किसानी मोर्चे चल रही थी, सरदार हरमिंदर सिंह जी ने स्टार्टिंग के बच्चे जाके उत्थे बहुत बड़े धरने से बैठे, उन्होंने साथी सरपंच सिंह जी बैठे हैं, होर सिंह बैठे हैं। सो उन्होंने बहुत बड़ा उत्थे कार्य किया। तो जदों का असीं लंगर लाया 4 दिसंबर का, साढ़े पास भी दोने भरा तो उन्होंने परिवार के मैंबर कई बार जाए, साडा भी उन्होंने मदद की, हाथ उठाया। तो गल सारिਆਂ ਨੂੰ यही है कि परिवार के विच जिसकी इलाज चंगी है वो इस संसार को सुखरू होकर जाता है। सो मैं दोनों भरावां नूं फिर ही बेनती करांगा कि परिवार के रल के माता का सत्कार करते हुए तो इस तरह समाज में विचर के इस जो तुहाडा जीवन है इस तरह ना खोट आउण देनी है, ना खरोच पैण देनी है, तो उस तरह चल के समाज की सेवा करनी है। तो इस करके फिर इत्थे भी तुहाडी शोभा ते अगे भी शोभा। बाकी सब तो बड़ी गल है कि ना बच्चे नशा पानी, गुरु वाले हैं, नितनेमी हैं, यही सब तो बड़ी कमाई है जो परिवार के बंदा जान के छड़ के जाता। सो आप सारे ने रल के अरदास की है, प्रभ जियो समाना कर प्यारे, बुरे भले हम थारे, ये अकाल पुरख आप जी ने पैदा किए हुए हैं, चंगे हैं माड़े हैं। इत्थे भी आप जी ने जो दुख सुख दिता आप जी का हुक्म सी, जो अगे भी होना वो आप जी का हुक्म है। पर अपने चरण स्थिति निवास पक्षा परिवार में भाना मनना फल बख्श करना। एक बाणी के लुकाई के खीरले हुक्म दे धर्म राज का कागज फाड़े या नानक देखा समझा। जे गुरु नानक पातशाह जी कह रहे ना मेरा सिखा धर्मराज, फिर कोई लेखा जोखा नहीं होंगे। बाणी कहनी अगे करनी कीर्त बाजी है, वह लेखा का समझाया। जे कोई कहे ना मैं लेखा देख परमात्मा ने छोड़ दूंगा, कोई नहीं छोड़ सकता। बहुत सूक्ष्म गलतियां हो जाती ਜਿਹੜੀਆਂ कि बंदे को कई बार पता नहीं होंगे, पर धर्मराज को लिखिया होंदियां, फिर वो लेखा दे के जे कहे मैं छुट सकता नहीं। गुरु नानक पातशाह ही साड़ी बाँह फड़े, बाँह गुरु नानक पातशाह फिर दाँ फड़ूंगा। जैसे फिर गुरु नानक पातशाह जे होवांगे वो कार्य करांगे जो गुरु नानक पातशाह सानू कहे हैं। कार्य किहड़े हैं? किरत करो, नाम जपो ते बन के छपो, इसलिए ये बड़े जरूरी हैं। सो तुहाडा सारे का धन्यवाद। सो मैं अंत के 2-3 मिनट गल नाम की हुई थी, तो टाइम का मैं बाद लेना, जो देख बाकी जो नाम चुका लेना था, चलो इन्होंने पहला दे दिता। चलो 2 मिनट निकल कहना नहीं सुधा चले 2 मिनट की करके दी, पर 1.5 मिनट 1 मिनट नाम चुका लेना नहीं संगत का, उस प्राणी का बड़ा भला हो जाना, तो अपना भी वो पवित्र हो जाना। कोई रचना ऐसी ना रहे जिसे मुँह से जो सतनाम वाहिगुरू दी आवाज़ ना निकले। सतनाम वाहिगुरू, 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 सतनाम वाहिगुरू। स्वामी विच परमेश्वर का हुक्म आपे हरि रंग है, आपे गौरंगी, जो दस भावे नानका साई गल चंगी। वाहिगुरू जी का खालसा, वाहिगुरू जी की फतेह। ਤੇ ਸਾਡੇ ਵਿਚਕਾਰ ਹਰਮਨਜੀਤ ਸਿੰਘ ਥਿਆੜਾ ਪੰਜਾਬ ਹਰਿਆਣਾ ਐਂਡ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਅਮਰੀਕ ਸਿੰਘ ਜੀ ਗੱਦੋਂ, ਪਰਮਿੰਦਰ ਸਿੰਘ ਸਹੇੜੀ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਭਵਾਨੀ, ਹਰਪ੍ਰੀਤ ਸਿੰਘ ਗੋਗੀ ਸਾਲਾਪੁਰ, ਹਰਦੀਪ ਸਿੰਘ ਬੱਸੀ ਐਡਵੋਕੇਟ ਸਾਹਿਬ,
ਬਲਦੇਵ ਸਿੰਘ ਗਿੱਲ ਸਾਬਕਾ ਸਰਪੰਚ ਮਾਜਰੀ ਜੱਟਾਂ, ਬਲਦੇਵ ਸਿੰਘ ਗਿੱਲ ਜੀ, ਸੁਰਿੰਦਰ ਸਿੰਘ ਢੇਰ ਜ਼ਿਲ੍ਹਾ ਪ੍ਰਧਾਨ ਕਰਮਚਾਰੀ ਯੂਨੀਅਨ ਮੰਡੀ ਬੋਰਡ, ਦਰਸ਼ਨ ਸਿੰਘ ਸੋਲਖੀਆਂ, ਨਰਿੰਦਰ ਸਿੰਘ ਸੀਹੋ ਮਜਰਾ ਸਾਬਕਾ ਚੇਅਰਮੈਨ, ਰਾਜਵੀਰ ਸਿੰਘ ਸੋਲਖੀਆਂ ਸਾਬਕਾ ਮੈਂਬਰ ਬਲਾਕ ਸੰਮਤੀ, ਸੁਰਿੰਦਰ ਸਿੰਘ ਲੋਹਾਰੀ ਸਾਬਕਾ ਸਰਪੰਚ ਸਾਹਿਬ, ਬਿੱਟੂ ਬਾਜਵਾ ਜੀ ਸਰਪੰਚ, ਬਲਵਿੰਦਰ ਸਿੰਘ ਚੱਕਲਾਂ ਸਰਪੰਚ, ਮੋਹਰ ਸਿੰਘ ਖਾਬੜਾ ਸਾਬਕਾ ਸਰਪੰਚ, ਸੁਰਮੁਖ ਸਿੰਘ ਸੈਣੀ ਜੀ, ਪਰਮਜੀਤ ਸਿੰਘ ਪੰਮੀ ਰਠੇੜੀ ਪ੍ਰਧਾਨ ਯੂਥ ਅਕਾਲੀ ਦਲ, ਸਰਕਲ ਪ੍ਰਧਾਨ ਹਰਦੀਪ ਸਿੰਘ ਸੋਨੀ ਸਾਬਕਾ ਪੰਚਾਇਤ ਯੂਨੀਅਨ ਦੇ ਪ੍ਰਧਾਨ, ਹਰਦੀਪ ਸਿੰਘ ਬਟੇਰਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਉਹ ਵੀ ਆ ਕੇ ਆਏ ਨੇ, ਅਸ਼ਵਨੀ ਸ਼ਰਮਾ ਜੀ ਚੇਅਰਮੈਨ ਯੂਥ ਕਲੱਬ ਸਾਬਕਾ ਕਮੇਟੀ, ਸੁਰਜੀਤ ਸਿੰਘ ਚੱਕ ਢੇਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਜੀਤ ਸਿੰਘ ਸੈਣੀ, ਪ੍ਰਵਿੰਦਰਪਾਲ ਸਿੰਘ ਬਿੰਟਾ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਪਰਵਿੰਦਰ ਕੌਰ ਰਾਣੀ ਜੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਬੀਬੀ ਬਲਜੀਤ ਕੌਰ ਜੀ, ਚਰਨ ਸਿੰਘ ਮੁੰਡੀਆਂ ਪ੍ਰਧਾਨ ਕਿਸਾਨ ਯੂਨੀਅਨ ਜ਼ਿਲ੍ਹਾ ਰੋਪੜ, ਸਾਡੇ ਸਤਿਕਾਰਯੋਗ ਸਤਨਾਮ ਸਿੰਘ ਸੱਤੀ ਜੀ ਜੋ ਕਿ ਜ਼ਿਲ੍ਹਾ ਇੰਚਾਰਜ ਨੇ ਅਦਾਰਾ ਅਜੀਤ ਦੇ, ਰਾਜੂ ਚੇਅਰਮੈਨ ਰੋਪੜ ਤੋਂ ਇੰਦਰ ਸਿੰਘ ਛਤਵਾਲ ਜੀ, ਸਾਬਕਾ MC ਸਾਹਿਬ ਐਡਵੋਕੇਟ ਸੂਰਜਪਾਲ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਰੂਪਨਗਰ, ਅਮਨਦੀਪ ਸਿੰਘ ਮੰਗੜ ਸਾਬਕਾ ਪ੍ਰਧਾਨ ਚਮਕੌਰ ਸਾਹਿਬ ਕਮੇਟੀ ਦੇ, ਬਲਦੇਵ ਸਿੰਘ ਹਫਸਾਬਾਦ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਝਿੰਜਰ ਪ੍ਰਧਾਨ SOI ਮਾਲਵਾ ਜ਼ੋਨ, ਉਹ ਵੀ ਆਏ ਨੇ, ਜਗਵੀਰ ਸਿੰਘ ਮਤੋਤ, ਗੁਰਸ਼ਰਨ ਸਿੰਘ ਬਾਜਵਾ, ਸਚਿਨ ਚੋਪੜਾ, ਅਵਤਾਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਆੜਤੀ ਐਸੋਸੀਏਸ਼ਨ, ਸੰਜੀਵ ਬੱਬੀ ਜੀ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਸ਼੍ਰੀ ਚਮਕੌਰ ਸਾਹਿਬ ਤੋਂ, ਯੋਗੇਸ਼ ਕੱਕੜ ਜੀ, ਦਿਨੇਸ਼ ਚੱਡਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਦਵਿੰਦਰ ਸਿੰਘ ਮਜੈਲ ਯੂਥ ਆਗੂ ਡੂਮਛੜੀ ਤੋਂ, ਮਨਦੀਪ ਸਿੰਘ ਰੌਣੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ, ਲਖਵੀਰ ਸਿੰਘ ਹਫਸਾਬਾਦ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ, ਅਵਤਾਰ ਸਿੰਘ ਤਾਰੀ ਜ਼ਿਲ੍ਹਾ ਪ੍ਰਧਾਨ SOI ਫਤਿਹਗੜ੍ਹ ਸਾਹਿਬ। ਤੇ ਹੁਣ ਬੇਨਤੀ ਕਰਨੀ ਹੈ, ਸਿਰਫ 2 ਬੁਲਾਰੇ ਨੇ, ਡਾਕਟਰ ਸਾਹਿਬ ਬੋਲਣਗੇ ਪਹਿਲਾਂ ਤੇ ਸਰਦਾਰ ਪਰਿਵਾਰ ਵੱਲੋਂ ਜੋ ਹੁਕਮ ਹੈ ਸਰਦਾਰ ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ ਸਾਹਿਬ ਉਹ ਸੰਗਤਾਂ ਦਾ ਆਈਆਂ ਦਾ ਧੰਨਵਾਦ ਕਰਨਗੇ। ਮੈਂ ਸਤਿਕਾਰਯੋਗ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਰਦਾਰ ਸੁਰਮੁਖ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਤੇ ਬੜੀ ਪੁਰਾਣੀ ਸਾਂਝ ਇਹਨਾਂ ਦੀ ਪਰਿਵਾਰ ਦੇ ਨਾਲ, ਬੜੇ ਲੰਮੇ ਚਿਰ ਤੋਂ ਇਹ ਨੌਜਵਾਨ ਪਾਰਟੀ ਲਈ ਕੰਮ ਕਰਕੇ ਆਪਣਾ ਯੋਗਦਾਨ ਪਾ ਰਹੇ ਨੇ। ਡਾਕਟਰ ਦਲਜੀਤ ਸਿੰਘ ਚੀਮਾ। ਪਾਵਨ ਪਵਿੱਤਰ ਗੋਤਾ ਦੇ ਕਮਾਲ ਦੇ ਗੁਰੂ ਪ੍ਰਸਾਦ ਸੰਗਤ ਰਸਨਾ ਪਿੱਤਰ ਕਰੋ, ਫਤਿਹ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਕਲ ਕਾ ਰਹਿ ਪਹੁੰਚਾ ਸਦਰੇ ਨਿਤ ਪਾਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਅਵਸ। ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਪੰਚ ਸਿੰਘ ਜੀ ਜਿਹੜੇ ਪਿਛਲੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਾਸਤੇ ਇਕੱਤਰ ਹੋਏ। ਦੁਖਦਾਈ ਸਮਾਂ ਔਰ ਬਹੁਤ ਹੀ ਅਗਾਹ ਤੇ ਅਸਰ ਵਿਛੋੜ। ਆਪਾਂ ਸਾਰੇ ਸਰਦਾਰ ਸਰਪੰਚ ਸਿੰਘ ਹਰਾਂ ਨੂੰ ਬੜਾ ਨੇੜੇ ਜਾਣਦੇ। ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਉਹ ਮਾਰਕੀਟਿੰਗ ਬੋਰਡ ਦੇ ਵਿੱਚੋਂ ਬਤੌਰ ਸੁਪਰਵਾਈਜ਼ਰ ਸੇਵਾ ਮੁਕਤ ਹੋਏ ਸੀ। ਔਰ ਮੈਂ ਕਹਿ ਸਕਦਾ ਕਿ ਬੜੀ ਲੰਬੀ ਤੇ ਬੜੀ ਨੇਕੀ ਨਾਲ ਸੇਵਾ ਕਰਕੇ ਤੇ ਆਪਣੀ ਚਾਦਰ ਨੂੰ ਸਾਫ਼ ਸੁਥਰਾ ਲੈ ਕੇ ਉਹ ਅੱਜ ਦੇ ਸਮੇਂ ਦੇ ਵਿੱਚ ਸੇਵਾ ਮੁਕਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ, ਆਪਣੇ ਨਗਰ ਦੇ ਵਿੱਚ ਆਏ ਸੀ। ਔਰ ਲੰਬਾ ਸਮਾਂ ਉਹਨਾਂ ਨੇ ਰੋਪੜ ਦੇ ਵਿੱਚ ਹੀ ਸੇਵਾ ਕੀਤੀ ਔਰ ਖੇਤੀ ਦੇ ਨਾਲ ਜੁੜਿਆ ਹੋਇਆ ਅਦਾਰਾ ਸੀ। ਅਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਕਿਸ ਤਰੀਕੇ ਭਾਵੇਂ ਕੋਈ ਕਿਸਾਨ ਵੀਰ ਹੁੰਦਾ ਸੀ, ਭਾਵੇਂ ਆੜ੍ਹਤੀ ਹੁੰਦਾ ਸੀ, ਭਾਵੇਂ ਖੇਤ ਮਜ਼ਦੂਰ ਹੁੰਦਾ ਸੀ, ਇਲਾਕੇ ਦੇ ਹੋਣ ਕਰਕੇ ਸਾਰਿਆਂ ਨੂੰ ਮਿਲਣ ਦਾ, ਸਾਰਿਆਂ ਦੇ ਕੰਮ ਕਰਨ ਦਾ, ਸਾਰਿਆਂ ਦੀ ਸੇਵਾ ਕਰਨ ਦਾ ਉਹਨਾਂ ਦਾ ਆਪਣਾ ਇੱਕ ਵੱਖਰਾ ਅੰਦਾਜ਼ ਸੀ। ਇਸ ਲਈ ਸੇਵਾ ਮੁਕਤੀ ਤੋਂ ਬਾਅਦ ਸਾਰਿਆਂ ਨੇ ਅਸੀਂ ਸੋਚਿਆ ਸੀ ਕਿ ਹਾਲੇ ਜਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਹੈ, ਜਿਸ ਤਰ੍ਹਾਂ ਦੀ ਉਮਰ ਹੈ,
ਕਿ ਲੰਬਾ ਸਮਾਂ ਸਾਨੂੰ ਉਹ ਨਗਰ ਦੇ ਧਾਰਮਿਕ ਸਮਾਜਿਕ ਕਾਰਜਾਂ ਦੇ ਵਿੱਚ ਸਹਿਯੋਗ ਕਰਦਾ। ਪਰਿਵਾਰ ਨੂੰ ਵੀ ਇਸੇ ਤਰ੍ਹਾਂ ਬਹੁਤ ਵੱਡੀਆਂ ਆਸਾਂ ਸਨ, ਕਿਉਂਕਿ ਸ਼ੁਰੂ ਤੋਂ ਹੀ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਉਹਨਾਂ ਨੇ ਦਿੱਤੀ ਹੈ। ਦੋਵੇਂ ਉਹਨਾਂ ਦੇ ਬੇਟੇ ਜਿਨ੍ਹਾਂ ਦਾ ਬਾਰ-ਬਾਰ ਸਟੇਜ ਤੋਂ ਜ਼ਿਕਰ ਹੋਇਆ, ਸਰਦਾਰ ਪ੍ਰਗਟ ਸਿੰਘ ਵੀ ਔਰ ਸਾਡਾ ਬੇਟਾ ਹਰਵਿੰਦਰ, ਦੋਵਾਂ ਨੇ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ, ਉੱਥੇ ਨਾਲ ਦੀ ਨਾਲ ਪਾਰਟੀ ਦੀ, ਸਮਾਜ ਦੀ ਔਰ ਸ਼ਹਿਰ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕੋਈ ਸੇਵਾ ਦਾ ਕਾਰਜ ਹੋਇਆ, ਉੱਥੇ ਦੋਵਾਂ ਭਰਾਵਾਂ ਨੇ ਮੋਹਰੀ ਹੋ ਕੇ ਤੇ ਇਹ ਰੋਲ ਜਿਹੜਾ ਨਿਭਾਇਆ। ਇਹਦੇ ਵਿੱਚ ਸਰਦਾਰ ਸੁਰਮੁਖ ਸਿੰਘ ਹਰਾਂ ਦੀ ਜਿਹੜੀ ਸ਼ਖਸੀਅਤ ਹੈ, ਜਿਹੜੇ ਗੁਣ ਉਹਨਾਂ ਨੇ ਭਰੇ, ਜਿਹੜੇ ਬੀਬੀ ਜੀ ਨੇ ਗੁਣ ਇਹਨਾਂ ਦੇ ਵਿੱਚ ਭਰੇ, ਉਹ ਸਾਰਿਆਂ ਨੇ ਆਪਾਂ ਉਹ ਵੀ ਨੇੜੇ ਹੋ ਕੇ ਵੇਖੇ। ਇਸ ਕਰਕੇ ਕਦੀ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਇਸ ਰੂਪ ਦੇ ਵਿੱਚ ਆਪਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਾਸਤੇ ਇਕੱਤਰ ਹੋਵਾਂਗੇ। ਲੇਕਿਨ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਕਥਾ ਕਰਦਿਆਂ ਕੇਂਦਰੀ ਸਿੰਘਾਂ ਨੇ ਸ਼ਬਦ ਪੜ੍ਹਦਿਆਂ ਔਰ ਸਾਡੀ ਬਹੁਤ ਹੀ ਵੱਡੀ ਧਾਰਮਿਕ ਸ਼ਖਸੀਅਤ ਸੰਤ ਬਾਬਾ ਅਵਤਾਰ ਸਿੰਘ ਜੀ ਹੋਰਾਂ ਨੇ ਆਪਣੇ ਇਸ ਵੇਲੇ ਸਾਨੂੰ ਜਿਹੜੀ ਸੇਧ ਦਿੱਤੀ ਹੈ ਗੁਰਬਾਣੀ ਦੇ ਮੁਤਾਬਕ, ਇਹ ਜ਼ਿੰਦਗੀ ਦੀ ਅਟਲ ਸਚਾਈ ਹੈ। ਔਰ ਸਾਨੂੰ ਗੁਰੂ ਸਾਹਿਬ ਨੇ ਹਮੇਸ਼ਾ ਹੀ ਇਹ ਆਦੇਸ਼ ਦਿੱਤਾ ਹੈ ਕਿ ਜਦੋਂ ਉਹਦਾ ਹੁਕਮ ਆਵੇ, ਉਹਦੇ ਹੁਕਮ ਦੇ ਵਿੱਚ ਰਹਿ ਕੇ ਆਪਾਂ ਭਾਣੇ ਬਣਾਉਣਾ। ਸੋ ਸਿੰਘ ਸਗਾ ਬੰਦ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆ, ਆਪਣੇ ਭਾਣੇ ਤੋਂ ਚੱਲੇ ਭਾਈ, ਵਿਚੜ ਚੁੱਟਾ। ਭਾਵੇਂ ਕਹਿਣਾ ਸੌਖਾ ਹੁੰਦਾ, ਮੰਨਣਾ ਬਹੁਤ ਔਖਾ ਹੁੰਦਾ, ਪਰ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਪ੍ਰਮਾਣ ਦੇ ਕੇ ਇਹ ਵੀ ਦੱਸ ਦਿੱਤਾ ਕਿ ਜਿਸ ਠਾਕਰ ਸਿਰ ਨਾਹੀ ਚਾਰਾ ਤਾਂ ਕੋ ਕੀਜੇ ਸਤਿਨਾਮ। ਕਿਉਂਕਿ ਭਾਣੇ ਤੋਂ ਮੰਨਣ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ। ਇਸ ਕਰਕੇ ਮੈਨੂੰ ਬਹੁਤ ਅਫਸੋਸ ਹੈ, ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਪਰਿਵਾਰ ਵੱਲੋਂ ਪਿਛਲੀ ਆਤਮਾ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਬਣਨ ਦਾ ਬਲ ਬਖਸ਼ੇ। ਇਸੇ ਤਰ੍ਹਾਂ ਹੀ ਉਹਨਾਂ ਦਾ ਇਹ ਸਾਰਾ ਪਰਿਵਾਰ, ਕਿਉਂਕਿ ਸਾਂਝਾ ਪਰਿਵਾਰ ਹੈ, ਇਹ ਬਹੁਤ ਘੱਟ ਲੋਕਾਂ ਦੇ ਅੱਜ ਕੱਲ੍ਹ ਹਿੱਸੇ ਆਉਂਦਾ ਹੈ। ਜਿੰਨੀ ਦੇਰ ਪਰਿਵਾਰਾਂ ਦੇ ਵਿੱਚ ਸਬਰ ਨਾ ਹੋਵੇ, ਸੰਤੋਖ ਨਾ ਹੋਵੇ, ਇੱਕ ਦੂਸਰੇ ਵਾਸਤੇ ਕੁਝ ਕਰਨ ਦੀ ਲਾਲਸਾ ਨਾ ਹੋਵੇ, ਉਨੀ ਦੇਰ ਤੱਕ ਪਰਿਵਾਰ ਇਕੱਠੇ ਰਹਿੰਦੇ। ਇਸ ਕਰਕੇ ਜਿਹੜਾ ਪਰਿਵਾਰ ਗੁਰੂ ਘਰ ਨਾਲ ਜੁੜਿਆ, ਜਿਹੜਾ ਉਹਦੇ ਮਾਰਗ ਤੇ ਚੱਲਦਾ, ਉਹਨਾਂ ਪਰਿਵਾਰਾਂ ਦੇ ਵਿੱਚ ਇਤਫਾਕ ਹੁੰਦਾ ਹੈ। ਸੋ ਗੁਰੂ ਮਹਾਰਾਜ ਇਸ ਪਰਿਵਾਰ ਦੇ ਉੱਤੇ ਇਤਫਾਕ ਦੀ ਇਸੇ ਤਰ੍ਹਾਂ ਕਿਰਪਾ ਰੱਖਣ ਤੇ ਸਾਡੇ ਬੱਚੇ ਅੱਗੇ ਹੋ ਕੇ, ਵੱਡੇ ਹੋ ਕੇ ਸਮਾਜ ਦੀ ਹੋਰ ਸੇਵਾ ਕਰਨ। ਇਸ ਅਰਦਾਸ ਦੇ ਨਾਲ ਮੈਂ ਕਹਿੰਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਚਕਾਰ ਸੱਜਣ ਸਿੰਘ ਜੀ ਰੋਪੜ ਤੋਂ, ਹਰਜਿੰਦਰ ਸਿੰਘ ਜੀ ਜੋ ਸਿਵਲ ਹਸਪਤਾਲ ਤੋਂ ਰਿਟਾਇਰ ਨੇ ਰੋਪੜ ਤੋਂ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਰਾਮ ਅਵਤਾਰ ਸਿੰਘ ਜੀ ਐਡਵੋਕੇਟ ਸਾਹਿਬ, ਤਾਰਾ ਸਿੰਘ ਚਹਿਲ ਜੀ ਐਡਵੋਕੇਟ ਸਾਹਿਬ, ਗੁਰਪ੍ਰੀਤ ਸਿੰਘ ਬਾੜ ਜੀ ਐਡਵੋਕੇਟ ਸਾਹਿਬ, ਰਾਜਵੀਰ ਰਾਏ ਜੀ, ਸੁਖਵਿੰਦਰ ਸਿੰਘ ਸਹਿਗਲ ਜੀ ਐਡਵੋਕੇਟ ਸਾਹਿਬ, ਮਹਿੰਦਰਪਾਲ ਸਿੰਘ ਜੀ ਐਡਵੋਕੇਟ ਸਾਹਿਬ, ਲਖਵੀਰ ਸਿੰਘ ਜੀ ਬਾਸਪੁਰੇ ਤੋਂ ਐਡਵੋਕੇਟ ਸਾਹਿਬ ਜੋ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪਰਿਵਾਰ ਚੋਂ ਨੇ, ਵਿਕਰਮ ਸਿੰਘ ਐਡਵੋਕੇਟ ਸਾਹਿਬ, ਐਡਵੋਕੇਟ ਕਮਲਦੀਪ ਸਿੰਘ ਕਟਲੀ ਤੇ ਉਦੇ ਵਰਮਾ ਜੀ ਐਡਵੋਕੇਟ ਸਾਹਿਬ। ਸੋ ਸਾਰੇ ਹੀ ਰਿਸ਼ਤੇਦਾਰ ਸਾਹਿਬਾਨ, ਸਾਰੇ ਹੀ ਇਲਾਕਾ ਨਿਵਾਸੀ, ਸਾਰੇ ਹੀ ਸੱਜਣ ਮਿੱਤਰ ਇੱਥੇ ਪਹੁੰਚੇ ਨੇ। ਸਾਰਿਆਂ ਦਾ ਇਹ ਵਿਸ਼ਾਲ ਜੋ ਇਕੱਠ ਹੈ, ਜੋ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚਿਆ। ਸਾਡੇ ਰਕੇਸ਼ ਸਹਿਦੇਵ ਜੀ ਚਮਕੌਰ ਸਾਹਿਬ ਤੋਂ ਬੈਠੇ ਨੇ, ਉਹ ਵੀ ਆਏ ਨੇ। ਹੋਰ ਵੀ ਬਹੁਤ ਸਾਰੇ, ਬਲਦੇਵ ਸਿੰਘ ਜੀ ਆੜਤੀ ਆਪਣਾ ਰੋਪੜ ਤੋਂ, ਹੋਰ ਵੀ ਬਹੁਤ ਸਾਰੇ ਸੱਜਣ ਪਹੁੰਚੇ ਹੋਣਗੇ ਜਿਨ੍ਹਾਂ ਦਾ ਨਾਮ ਇਹ ਜੋ ਮੈਂਬਰ ਲਿਖ ਰਹੇ ਸੀ ਉਹ ਰਹਿ ਗਿਆ ਹੋਵੇ। ਉਹਨਾਂ ਤੋਂ ਅਸੀਂ ਖਿਮਾ ਦੇ ਜਾਚਕਾਂ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਲੈ ਸਕੇ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਹਰਮੋਹਨ ਸਿੰਘ ਜੀ ਸੰਧੂ, ਹਲਕਾ ਇੰਚਾਰਜ ਸ਼੍ਰੀ ਚਮਕੌਰ ਸਾਹਿਬ, ਜਿਨ੍ਹਾਂ ਦਾ ਕਿਉਂਕਿ ਇਸ ਪਰਿਵਾਰ ਦਾ ਬੀਬੀ ਸਤਵੰਤ ਕੌਰ ਸੰਧੂ ਜੀ ਦੇ ਨਾਲ ਪਿਛਲੇ 35-40 ਸਾਲਾਂ ਤੋਂ ਇਹ ਸਾਂਝ ਰਹੀ ਹੈ, ਬੀਬੀ ਦਾ ਹਲਕਾ ਹੋਣ ਕਰਕੇ। ਤੇ ਭਾਜੀ ਦੇ ਨਾਲ ਪਿਛਲੇ ਜਦੋਂ ਦੇ ਇਹ ਸਿਆਸਤ ਦੇ ਵਿੱਚ ਆਏ ਨੇ, ਬਾਖੂਬੀ ਇਹਨਾਂ ਦਾ ਪਰਿਵਾਰਕ ਸਾਂਝਾ ਪਰਿਵਾਰਕ ਰਿਸ਼ਤਾ ਹੈ। ਸਰਦਾਰ ਹਰਮੋਹਨ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਹੁਕਮ ਹੋਇਆ, ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ। ਸਰਦਾਰ ਸੁਰਮੁਖ ਸਿੰਘ ਜੀ ਨੂੰ ਸ਼ਬਦਾਂ ਦੇ ਫੁੱਲ ਭੇਟ ਵੀ ਕਰਨਗੇ।
ਸਰਦਾਰ ਹਰਮੋਹਨ ਸਿੰਘ ਜੀ ਸੰਧੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਦੀ ਸਾਂਝੀ ਨਵਾਜੀ ਸਵਾ ਸੰਗਤ ਜੀ ਗੁਰੂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਰਦਾਰ ਸੁਰਮੁਖ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਇਕੱਠੇ ਹੋਏ ਹਾਂ। ਮੇਰੇ ਤੋਂ ਪਹਿਲਾਂ ਬੋਲਦਿਆਂ ਹੋਇਆ ਸਰਦਾਰ ਹਰਪ੍ਰੀਤ ਸਿੰਘ ਜੀ, ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ, ਸਰਦਾਰ ਜਮੇਰ ਸਿੰਘ ਜੀ ਖੇੜਾ ਸਾਹਿਬ, ਸਾਰਿਆਂ ਨੇ ਆਪ ਜੀ ਨੂੰ ਸਰਦਾਰ ਸੁਰਮੁਖ ਸਿੰਘ ਜੀ ਬਾਰੇ ਜੋ ਜਿਸ ਵਿਚਾਰਧਾਰਾ, ਜਿਸ ਸੋਚ, ਜਿਸ ਸ਼ੈਲੀ 'ਚ ਤੇ ਜਿਸ ਸੇਵਾ ਨਾਲ ਉਹਨਾਂ ਨੇ ਸਾਰੇ ਇਲਾਕੇ ਦੀ, ਚਾਹੇ ਕਿਸਾਨੀ, ਖੇਤ ਮਜ਼ਦੂਰ, ਚਾਹੇ ਆਰਥਿਕ ਭਰਾਵਾਂ ਦੀ ਉਹਨਾਂ ਨੇ ਮਦਦ ਕਰਦੇ ਸਨ, ਉਸ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ। ਸੋ ਜਿਹੜਾ ਆਪਾਂ ਵੇਖਦੇ ਹਾਂ ਕਿ ਇਨਸਾਨ ਦੀ ਸੋਚ ਤੇ ਕਿਰਦਾਰ ਹੀ ਯਾਦ ਰਹਿੰਦਾ ਜਦੋਂ ਆਪਾਂ ਵਿਚਰਦੇ ਹਾਂ। ਇਹ ਗੱਲ ਕੋਈ ਦੋ ਰਾਏ ਨਹੀਂ, ਆਪਾਂ ਸਾਰੇ ਸ਼ਬਦ ਗੁਰੂ ਨਾਲ ਜਿੱਥੇ ਜੁੜੇ ਹਾਂ ਆਪਾਂ ਜਾਣਦੇ ਹਾਂ ਵੀ ਜੇ ਜਨਮ ਹੈ ਤਾਂ ਮੌਤ ਵੀ ਲਿਖੀ ਹੈ ਤੇ ਮੌਤ ਦੀ ਸ਼ਰਤ ਤੇ ਹੀ ਜਨਮ ਮਿਲਿਆ। ਅੱਜ ਜਿੱਥੇ ਉਹ ਪਿਛਲੀ 22 ਤਰੀਕ ਨੂੰ ਇਹ ਸੰਸਾਰਕ ਯਾਤਰਾ ਪੂਰੀ ਕਰਦੇ ਚਲੇ ਗਏ, ਦੇ ਵਿੱਚ ਇਸ ਪਰਿਵਾਰ ਦਾ ਸਰਦਾਰ ਸੁਰਮੁਖ ਸਿੰਘ ਜੀ ਦਾ ਮੇਰੇ ਸਵਰਗਵਾਸੀ ਮਾਤਾ ਬੀਬੀ ਸਤਵੰਤ ਕੌਰ ਸੰਧੂ ਜੀ ਨਾਲ ਬਹੁਤ ਪੁਰਾਣਾ ਪੂਰਾ ਪਿਆਰ ਸੀ। ਉਹਨਾਂ ਨੇ ਵੀ ਪਿਛਲੇ ਕਾਲ ਚਲਾਉਣਾ ਕਰਨ ਤੋਂ ਬਾਅਦ 22 ਤਰੀਕ ਨੂੰ ਜਿੱਥੇ ਸਰਦਾਰ ਸੁਰਮੁਖ ਸਿੰਘ ਜੀ ਵਿਛੋੜਾ ਦੇ ਗਏ, ਉਸ ਦਿਨ ਮੇਰੇ ਸਤਿਕਾਰਯੋਗ ਮਾਤਾ ਜੀ ਸਵਰਗਵਾਸੀ ਬੀਬੀ ਸਤਵੰਤ ਕੌਰ ਸੰਧੂ ਜੀ ਦਾ ਵੀ ਜਨਮ ਦਿਨ ਸੀ, ਜਿਹਨਾਂ ਦਾ ਭੋਗ ਬਾਅਦ 26 ਨੂੰ ਪਿਆ। ਸੋ ਮੈਂ ਦੇਖਿਆ ਵੀ ਆਪਾਂ ਜਿਵੇਂ ਸਮਾਜ ਵਿਚਰਦੇ ਹਾਂ, ਸਾਡੇ ਵੱਡੇ, ਸਾਡੇ ਭਰਾ ਆਹਿਸਤਾ ਆਹਿਸਤਾ ਕਈ ਵਾਰ ਨੂੰ ਵਿਛੋੜਾ ਦਿੰਦੇ ਨੇ। ਸੋ ਇਨਸਾਨੀ ਪੱਖੋਂ ਵੇਖੀਏ, ਜੇ ਆਪਾਂ ਭਾਵਨਾਤਮਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ, ਜਿੱਥੇ ਆਪਾਂ ਸ਼ਬਦ ਗੁਰੂ ਨਾਲ ਜੁੜੇ ਹਾਂ, ਜਿਹੜੇ ਜਿਸ ਲਿਖਿਆ ਸਾਰਾ ਕੁਝ ਆਪਾਂ ਨੂੰ ਪਤਾ ਜਾਣਦੇ ਹਾਂ, ਪਰ ਭਾਵਨਾਵਾਂ ਜਿਵੇਂ ਜੁੜੀਆਂ ਹੁੰਦੀਆਂ ਨੇ ਤਾਂ ਵਿਛੋੜਾ ਸਹਿਣਾ ਬਹੁਤ ਔਖਾ ਹੁੰਦਾ। ਤੇ ਮੈਂ ਉਸ ਦਿਨ ਬੜਾ ਮਹਿਸੂਸ ਕੀਤਾ ਜਿੱਥੇ ਆਪਾਂ ਸਾਰੇ ਕਿਤੇ ਵਜੋਂ, ਜਿੱਥੇ ਮੈਨੂੰ ਵੀ ਮੌਕਾ ਮਿਲਿਆ, ਮੈਂ ਵੀ 2 ਸਾਲ ਵਕਾਲਤ ਕੀਤੀ। ਸਾਡੇ ਭਾਈ ਸਾਹਿਬ ਸਰਦਾਰ ਪ੍ਰਗਟ ਸਿੰਘ, ਸਰਦਾਰ ਸਰਮੁਖ ਸਿੰਘ ਦੇ ਬੇਟੇ, ਤੇ ਦੂਜੇ ਸਰਦਾਰ ਰਵਿੰਦਰ ਸਿੰਘ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ ਪਾਰਟੀ ਨਾਲ, ਤੇ ਪਾਰਟੀ ਨੂੰ ਵੀ ਸਮਾਜ ਵਿੱਚ ਤੇ ਮਾਂ ਦਾ ਰੁਤਬਾ ਦਿੱਤਾ ਗਿਆ। ਉਸ ਕੀਤੇ ਵਜੋਂ ਹਰਵਿੰਦਰ ਭਰਾ ਸਾਡਾ, ਮੇਰਾ ਭਰਾ ਲੱਗਦਾ, ਤੇ ਐਵੇਂ ਕੀਤੇ ਵਜੋਂ ਵਕਾਲਤ ਮੇਰੇ ਭਰਾ ਬੜੇ ਵਕੀਲ ਵੀ ਬੈਠੇ ਨੇ, ਇਹ ਵੀ ਭਰਾ ਨੇ। ਉਸ ਸਭੋਂ ਸਾਡੇ ਸਰਦਾਰ ਸੁਰਮੁਖ ਸਿੰਘ ਜੀ ਸਾਡੇ ਬਜ਼ੁਰਗ ਲੱਗੇ, ਤੇ ਅੱਜ ਇਹ ਬਹੁਤ ਹੀ ਵੱਡਾ ਘਾਟਾ ਹੈ। ਤੇ ਸਮੇਂ ਸਮੇਂ ਸਿਰ ਜਿਹੜੇ ਆਪਾਂ ਨੂੰ, ਚਾਹੇ ਜਿਹੜੇ ਸਾਡੇ ਭਾਈ ਸਾਹਿਬਾਨ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ, ਪਿੱਛੇ ਮੈਂ ਗੱਲ ਸੀ ਇੱਥੇ ਸ਼੍ਰੀ ਪਟਾ ਸਾਹਿਬ ਵਿਖੇ ਉਹਨਾਂ ਨੇ ਦੱਸਿਆ, ਕਿਹਾ ਕੌਮ ਨੂੰ ਸੰਬੋਧਨ ਹੁੰਦੇ ਉਹਨਾਂ ਨੇ ਕਿਹਾ ਕਿ ਬਜ਼ੁਰਗਾਂ ਦੀ, ਮਾਤਾ ਪਿਤਾ ਦਾ ਸਤਿਕਾਰ ਕਰਿਆ ਕਰੋ, ਇੱਜ਼ਤ ਹੈ। ਸੋ ਅੱਜ ਆਪਾਂ ਜਿੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਵੀ ਜਿੱਥੇ ਜਦੋਂ ਉਹ ਪਿੱਛੇ ਦੇ ਸਰਦਾਰ ਸੁਰਮੁਖ ਸਿੰਘ ਜੀ ਢਿੱਲੇ ਰਹੇ, ਤੇ ਜਿਹੜੀ ਚਾਹੇ ਕਈ ਕਾਰੋਬਾਰ 'ਚ ਵਿਚਰਦਿਆਂ ਹੋਇਆਂ ਬੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਹੀ ਕੇਵਲ ਪਤਾ ਸਨ, ਬੱਚਿਆਂ ਨੂੰ ਵੀ ਨਹੀਂ ਪਤਾ ਸਨ, ਪਰ ਇੰਨੀ ਕਿਰਪਾ ਰਹੀ ਮਾਲਕ ਦੀ, ਇੰਨੀ ਅੱਛੀ ਸੋਚ ਵੀ ਭੈਣ ਜੀ ਨੇ ਜਿਹੜੀ ਦਿੱਤੀ। ਤੇ ਸਾਰੇ ਦੋਨੋਂ ਬੇਟੀਆਂ ਨੇ ਤੇ ਦੋਹਾਂ ਨੇ, ਸਾਰੇ ਪਰਿਵਾਰ ਨੇ ਰਲ ਕੇ, ਬੇਟੀਆਂ ਨੇ ਰਲ ਕੇ ਜਿਹੜਾ ਕੰਮ ਕੀਤਾ, ਸੇਵਾ ਕੀਤੀ ਹੈ, ਉਹ ਬੜਾ ਸ਼ਲਾਘਾਯੋਗ ਹੈ, ਪ੍ਰਸ਼ੰਸਾਯੋਗ ਹੈ। ਤੇ ਇਹੀ ਇੱਕ ਜਿਹੜੀ ਆਪਣੇ ਸਮਾਜ ਦੇ ਵਿੱਚ ਜਿਹੜੀ ਸੋਚ ਹੈ, ਆਪਾਂ ਜਿਹੜਾ ਬਜ਼ੁਰਗਾਂ ਚੋਂ ਵਿਰਸੇ ਜੋ ਆਪਾਂ ਨੂੰ ਚੀਜ਼ ਮਿਲੀ ਹੈ, ਉਹਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਸਾਂਭ ਕੇ ਸੰਭਾਲ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ, ਨਵੀਂ ਪੀੜ੍ਹੀ ਨੂੰ ਦੇ ਸਕੀਏ, ਤਾਂ ਕਿ ਉਹੀ ਵਿਚਾਰਧਾਰਾ ਤੇ ਉਹੀ ਸੇਵਾ ਲੈ ਕੇ ਨਵੀਂ ਪੀੜ੍ਹੀ ਅਗਲੀ ਪੀੜ੍ਹੀ ਨੂੰ ਦੇ ਸਕੇ। ਇਹ ਆਪਣਾ ਇੱਕ ਬੜਾ ਫਰਜ਼ ਬਣਦਾ। ਅੱਜ ਜਿਹੜੇ ਮੌਜੂਦ ਸ਼ਖਸੀਅਤਾਂ ਆਪਾਂ ਦੇਖਦੇ ਹਾਂ, ਇਹ ਸਾਰੇ ਰਾਜਸੀ, ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਸਾਰੇ ਹਾਜ਼ਰੀਆਂ ਪਾ ਰਹੇ ਨੇ। ਤੇ ਬੋਲਦਿਆਂ ਹੋਏ ਧਾਰਮਿਕ ਪੱਖੋਂ ਆਪ ਜੀ ਨੂੰ ਸੰਤ ਬਾਬਾ ਅਵਤਾਰ ਸਿੰਘ ਨੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ। ਤੇ ਅਖੀਰ ਵਿੱਚ ਗੁਰੂ ਚਰਨਾਂ ਵਿੱਚ ਮੇਰੀ ਇਹ ਅਰਦਾਸ ਬੇਨਤੀ ਹੈ, ਗੁਰੂ ਮਹਾਰਾਜ ਸਰਦਾਰ ਸੁਰਮੁਖ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਖਾਣਾ ਮੰਨਣ ਦਾ ਬਲ ਬਖਸ਼ਣ, ਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਮਹਾਰਾਜ ਕਿਰਪਾ ਕਰਨ ਇਸ ਪਰਿਵਾਰ ਤੇ, ਜਿਵੇਂ ਜਦੋਂ ਲੋੜ ਪਈ ਤੇ ਜਿਵੇਂ ਸਾਡੇ ਭਰਾ ਸਾਰੇ ਇਹ ਜਾ ਕੇ
ਹਰਵਿੰਦਰ ਜੀ ਚਾਹੇ ਦਿੱਲੀ ਕਿਸਾਨੀ ਦੇ ਮਾਮਲੇ ਵਿੱਚ ਕਿਸੇ ਜਿਹੇ ਖੜੇ ਰਹੇ ਉੱਥੇ ਜਾ ਕੇ ਧਰਨਾ ਦਿੱਤਾ, ਆਪਣਾ ਫਲ ਅਦਾ ਕਰਦੇ ਹੋਏ ਐਨੀ ਪਰਿਵਾਰ ਦੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾ ਸਕਣ। ਇਹਨਾਂ ਕਹਿੰਦਾ ਹੋਇਆ 10 ਕਹਿੰਦਾ ਜਾ ਚੁੱਕਾ ਤੇ ਆਈਆਂ ਹੈ ਸੰਗਤਾਂ ਅੱਗੇ ਸਭ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਜਿਹੜੇ ਕਿਸੇ ਕੋਈ ਮਾਤਾ ਭੈਣ ਭਰਾ ਨੌਜਵਾਨ ਵੀਰ ਦਾ ਨਹੀਂ ਨਾਮ ਦਾ ਜ਼ਿਕਰ ਆ ਸਕਿਆ ਉਹਨਾਂ ਦਾ ਵੀ ਇੱਥੇ ਆਇਆ ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜਾਣਕਾਰੀ ਦੱਸਣੀ ਸੀ ਕਿ ਬਿਕਰਮ ਸਿੰਘ ਮਜੀਠੀਆ ਜੀ ਜੋ ਕਿ ਸਾਬਕਾ ਮੰਤਰੀ ਨੇ, ਉਹ ਸੈਸ਼ਨ ਦੇ ਰੁਝੇਵਿਆਂ ਕਰਕੇ ਨਹੀਂ ਪਹੁੰਚ ਸਕੇ। ਉਹਨਾਂ ਨੇ ਵੀ ਫੋਨ ਤੇ ਇਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ, ਹਰਵਿੰਦਰ ਸਿੰਘ ਜੀ ਉਹਨਾਂ ਦੇ ਨਾਲ, ਤੇ ਬੰਟੀ ਰਮਾਣਾ ਜੀ ਜੋ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਦੁੱਖ ਸਾਂਝਾ ਕੀਤਾ। ਉਹ ਵੀ ਉੱਥੇ ਸੈਸ਼ਨ ਦੇ ਵਿੱਚ ਹੀ ਮੰਤਰੀ ਜੀ ਦੇ ਨਾਲ, ਸਾਬਕਾ ਮੰਤਰੀ ਜੀ ਦੇ ਨਾਲ ਰੁਝੇਵੇਂ ਦੇ ਵਿੱਚ ਸ਼ਾਮਲ ਨੇ, ਉਹ ਵੀ ਨਹੀਂ ਪਹੁੰਚ ਸਕੇ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਪ੍ਰੋਫੈਸਰ ਪ੍ਰੇਮ ਸਿੰਘ ਚੱਦੂਮਾਜਰਾ ਸਾਹਿਬ ਸਵੇਰੇ ਆ ਕੇ ਗਏ ਸੀ, ਆਪਣੀ ਹਾਜ਼ਰੀ ਲਾ ਕੇ ਗਏ ਸੀ ਤੇ ਸ਼ਰਧਾਂਜਲੀ ਵੀ ਭੇਟ ਕਰਕੇ ਗਏ ਸੀ, ਉਹਨਾਂ ਦਾ ਵੀ ਸਾਰਿਆਂ ਧੰਨਵਾਦ ਕਰਦੇ ਹਾਂ। ਸਾਰੀ ਸੰਗਤ ਦਾ, ਸਾਰੀ ਗੁਰੂ ਸੰਗਤ ਦਾ, ਰਿਸ਼ਤੇਦਾਰ ਸਾਹਿਬਾਨ ਦਾ, ਦੋਸਤਾਂ ਮਿੱਤਰਾਂ ਦਾ, ਇਲਾਕਾ ਨਿਵਾਸੀਆਂ ਦਾ, ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦਾ ਹਮੇਸ਼ਾ ਇਲਾਕੇ ਤੇ ਪਰਿਵਾਰ ਤੇ ਇਹ ਆਸ਼ੀਰਵਾਦ ਰਹਿੰਦਾ ਤੇ ਧਾਰਮਿਕ ਸਿੱਖਿਆ ਦੇ ਕੇ ਧਰਮ ਦੇ ਨਾਲ ਜੁੜਨ ਦਾ ਬਹੁਤ ਵਡਮੁੱਲਾ ਇਹ ਯੋਗਦਾਨ ਪਾ ਰਹੇ ਨੇ, ਕੰਮ ਕਰ ਰਹੇ ਨੇ। ਕਿਸਾਨੀ ਮੋਰਚੇ ਦੇ ਵਿੱਚ ਵੀ ਬਾਬਾ ਅਵਤਾਰ ਸਿੰਘ ਜੀ ਸ਼ੁਰੂ ਤੋਂ ਹੀ ਲੈ ਕੇ 26 ਦਸੰਬਰ ਤੋਂ ਬਾਅਦ 4 ਦਸੰਬਰ ਤੋਂ ਲੈ ਕੇ ਹੁਣ ਤੱਕ ਬਾਪੂ ਵੀ ਉੱਥੇ ਲੰਗਰ ਦੀ ਸੇਵਾ, ਕਿਸਾਨਾਂ ਦੀ ਮਦਦ ਹਰ ਪੱਖੋਂ ਕਰ ਰਹੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੱਥੇ ਬਾਈ ਜੀ ਨੂੰ ਸਰਦਾਰ ਸੁਰਮੁਖ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਉੱਥੇ ਇਸ ਪਰਿਵਾਰ ਨੂੰ ਐਸੇ ਤਰ੍ਹਾਂ ਇਕੱਠੇ ਰਹਿ ਕੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਹ ਬੱਚੇ ਸਮਾਜ ਦੀ, ਧਰਮ ਦੀ ਅਤੇ ਪਾਰਟੀ ਦੀ ਤਕੜੇ ਹੋ ਕੇ ਸੇਵਾ ਕਰਦੇ ਰਹਿਣ। ਇਹ ਬੱਚੀਆਂ ਜਿਹੜੀਆਂ ਨੂੰਹਾਂ, ਜਿਨ੍ਹਾਂ ਬਾਰੇ ਹਰਮੋਹਨ ਸਿੰਘ ਜੀ ਨੇ ਕਿਹਾ, ਕਿਉਂਕਿ ਮੈਨੂੰ ਜਿੰਨੀ ਗੱਲਬਾਤ ਹੁੰਦੀ ਰਹਿੰਦੀ ਸੀ, ਇਹ ਸਾਰਾ ਪਰਿਵਾਰ ਨੇ ਬੜੀਆਂ ਔਖਾਂ ਦੇਖੀਆਂ ਨੇ, ਬੜੀਆਂ ਕਠਿਨਾਈਆਂ ਦੇਖੀਆਂ ਨੇ, ਪਰ ਬੜੇ ਇਕੱਤਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸ ਬੇਨਤੀ ਕਰਕੇ, ਪਾਠ ਪੂਜਾ ਕਰਕੇ ਇਹ ਉਹਨਾਂ ਕਠਿਨਾਈਆਂ ਦਾ, ਔਖੀਆਂ ਦਾ ਸਾਹਮਣਾ ਕਰਦੇ ਹੋਏ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਹ ਆਪਣੀ ਜ਼ਿੰਦਗੀ ਬਤੀਤ ਕਰਦੇ ਰਹੇ ਨੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ। ਇਹੀ ਕਾਮਨਾ ਕਰਦੇ ਹਾਂ ਪਰਿਵਾਰ ਆਉਣ ਵਾਲੇ ਸਮੇਂ 'ਚ ਵੀ ਚੜ੍ਹਦੀ ਕਲਾ 'ਚ ਰਹਿ ਕੇ ਇਸੇ ਤਰ੍ਹਾਂ ਸਮਾਜ ਦੀ, ਧਰਮ ਦੀ ਤੇ ਪਾਰਟੀ ਦੀ ਸੇਵਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।